ਨਿਊਯਾਰਕ ਦੇ ਰਿਚਮੰਡ ਹਿੱਲ ਏਰੀਏ ਦੇ ਵਿੱਚ ਪੰਜਾਬੀ ਮੂਲ ਦੀ ਮੁਟਿਆਰ ਮਨਦੀਪ ਕੌਰ ਨੇ ਖੁਦਕੁਸ਼ੀ ਕਰ ਲਈ। ਕੀ ਕਾਰਨ ਰਹੇ, ਕਿਉਂ ਉਹਨਾਂ ਨੂੰ ਖੁਦਕੁਸ਼ੀ ਕਰਨੀ ਪਈ? ਦਿਲ ਨੂੰ ਬਲੂੰਦਰਿਆ ਜਾਂਦਾ ਜਦੋਂ ਇਹੋ ਜੀ ਖਬਰ ਮਿਲਦੀ ਹੈ। ਮੈਂ ਜਿਵੇਂ ਮੇਰੇ 'ਚ ਇੰਨੀ ਹਿੰਮਤ ਵੀ ਨਹੀਂ ਸੀ ਕਿ ਮੈਂ ਪੂਰੀ ਜੋ ਵੀਡੀਓ ਉਹਨਾਂ ਦੀ ਉਹਨਾਂ ਨੇ ਪਾਈ ਸੀ ਕਿ ਮੈਂ ਪੂਰੀ ਵੇਖ ਵੀ ਸਕਦੀ। ਜੇ ਕਿਸੇ ਨੂੰ ਪਿਆਰ ਕਰਦੇ ਆ, ਸਾਨੂੰ ਹਾਸਲ ਨਹੀਂ ਹੁੰਦਾ ਤਾਂ ਉਹਨੂੰ ਤੇਜ਼ਾਬ ਸੁੱਟ ਦਿਓ, ਮਾਰ ਦਿਓ, ਗੋਲੀਆਂ ਨਾਲ ਭੁੰਨ ਦਿਓ ਜਾਂ ਜਬਰੀ ਚੁੱਕ ਕੇ ਲਿਆਓ, ਬਲਾਤਕਾਰ ਕਰ ਦਿਓ। ਇਹ ਢੰਗ ਨਹੀਂ ਜੇ ਹੁੰਦਾ, ਇਹ ਪਿਆਰ ਨਹੀਂ ਜੇ, ਇਹ ਲਾਲਸਾ ਹੈ। ਭੱਦੀ ਸ਼ਬਦਾਵਲੀ ਵਰਤੀ ਹੋਣੀ ਜਾਂ ਮਾਂ ਪਿਓ ਨੂੰ ਕੁਛ ਮਾੜਾ ਕਿਹਾ ਹੋਣਾ ਜਾਂ ਉਹਦੇ ਸਰੀਰਕ ਪੱਖੋਂ ਉਹਨੂੰ ਗਲਤ ਸ਼ਬਦਾਵਲੀ ਬੋਲ ਕੇ ਜਾਂ ਮਾਨਸਿਕ ਪੀੜਾ ਦੇਣੀ, ਉਹਨੂੰ ਵੀ ਡੋਮੈਸਟਿਕ ਵਾਇਲੈਂਸ ਹੀ ਗਿਣਿਆ ਜਾਂਦਾ। ਕਈ ਚੀਜ਼ਾਂ ਨੇ ਜਿਹੜੀਆਂ ਘਰਾਂ ਦੇ ਵਿੱਚ ਇਹ ਕਲੇਸ਼ ਦਾ ਕਾਰਨ ਬਣਦੀਆਂ ਨੇ। ਤਾਂ ਜਿਵੇਂ ਤੁਸੀਂ ਸ਼ੁਰੂ 'ਚ ਵੀ ਇੱਕ ਗੱਲ ਕਹੀ ਸੀ ਕਿ ਜ਼ਿਆਦਾ ਕਾਰਨ ਉੱਥੇ ਬਣਦੇ ਆ ਜਿੱਥੇ ਵਿਹਲੜਪਣਾ ਹੈ। ਇਹ ਵਹਿਮ ਦੀ ਬਿਮਾਰੀ, ਸ਼ੱਕ ਦੀ ਬਿਮਾਰੀ ਇਸ ਹੱਦ ਤੱਕ ਜਾ ਚੁੱਕੀ ਹੈ ਕਿ ਹੁਣ ਤੱਕ ਕਈ ਹਜ਼ਾਰਾਂ ਕਤਲ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਇਹੀ ਚੀਜ਼ ਲੱਭੀ ਸੀ। ਸੋ ਹਜ਼ਾਰਾਂ ਕਤਲ ਔਰਤਾਂ ਦੇ ਸ਼ੱਕ ਦੀ ਬਿਨਾਂ ਤੇ ਪਤੀ ਨੇ ਕਰ ਦਿੱਤੇ, ਜਿਨ੍ਹਾਂ ਦੇ ਬਾਅਦ ਵਿੱਚ ਮੈਡੀਕਲ ਚੈੱਕਅਪ ਤੇ ਪਤਾ ਲੱਗਿਆ ਇਹ ਓਥੈਲੋ ਸਿੰਡਰੋਮ ਨਾਲ ਪੀੜਤ ਸਨ। ਬਚਪਨ ਦੇ ਵਿੱਚ ਆਪਣੇ ਨਾਲ ਫਿਜ਼ੀਕਲ ਅਬਿਊਜ਼ ਹੋਈ ਹੋਵੇ, ਸੈਕਸੁਅਲ ਅਬਿਊਜ਼ ਹੋਈ ਹੋਵੇ। ਸੋ ਕਈਆਂ ਦੇ ਇਸ ਤਰੀਕੇ ਦਾ ਸਰੀਰਕ ਸ਼ੋਸ਼ਣ ਹੋਇਆ ਸੀ ਜਿਨ੍ਹਾਂ ਨੇ ਅੱਗੋਂ ਜਾ ਕੇ ਬਦਲਾ ਲਊ ਨੀਤੀ ਨਾਲ ਆਪਣੀ ਪਤਨੀ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ। ਵਾਕਿਆ ਹੀ ਬਹੁਤ ਸਾਰੀਆਂ ਦਿੱਕਤਾਂ ਤੋਂ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਘਰਾਂ ਦੇ ਵਿੱਚ ਕਿਸੇ ਨਾ ਕਿਸੇ ਦੀ ਜ਼ਿਆਦਾ ਇੰਟਰਫੇਰੈਂਸ ਹੋ ਜਾਂਦੀ ਹੈ ਜਾਂ ਫਿਰ ਇੱਕ ਦੂਜੇ ਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਤੂੰ ਆਪਣੇ ਮਾਂ-ਬਾਪ ਨਾਲ ਨਹੀਂ ਵਰਤਣਾ। ਇਹ ਨਿੱਕੀ ਜਿਹੀ ਪਿਆਰੀ ਜਿਹੀ ਝਿੜਕ ਵੀ ਬਈ ਇਹ ਸੱਸ ਵੱਲੋਂ ਹੈ ਤੇ ਮਾੜੀ ਹੋਈ ਮਾੜੀ ਹੈ। ਜੇ ਉਨੀ ਕੁ ਮਾਂ ਝਿੜਕ ਦੇਵੇ ਤਾਂ ਠੀਕ ਹੈ, ਪਰ ਕਿਉਂਕਿ ਇਹ ਸੱਸ ਹੈ ਤੇ ਇਹਨੇ ਇੰਨੀ ਕੁ ਗੱਲ ਕਹਿ ਦਿੱਤੀ ਤਾਂ ਉਹ ਬਹੁਤਾ ਸਾਡੀਆਂ ਵੀ ਬੇਟੀਆਂ ਜਰਦੀਆਂ ਨਹੀਂ। ਖਾਸ ਤੌਰ ਤੇ ਪੰਜਾਬੀ ਅਸੀਂ ਇਸ ਕਰਕੇ ਮੂਹਰੀ ਗਿਣਦੇ ਹਾਂ ਕਿ ਇਹ ਆ ਕੇ ਇੱਥੇ ਡਰੱਗ ਵੀ ਯੂਜ਼ ਕਰਦੇ ਨੇ, ਇੱਥੇ ਆ ਕੇ ਮਾਰ ਕੁਟਾਈ, ਕਤਲ, ਵਾਇਲੈਂਸ ਇੰਨੀ ਜ਼ਿਆਦਾ ਤੇ ਇਹਨਾਂ ਦੇ ਧਾਰਮਿਕ ਥਾਵਾਂ ਦੇ ਅੰਦਰ ਵੀ ਜੋ ਵਾਇਲੈਂਸ ਹੁੰਦੀ ਹੈ, ਇਹ ਵਾਇਲੈਂਟ ਬਿਹੇਵੀਅਰ ਵਾਲੇ ਲੋਕ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਕਿਚ ਸੁਣੀਏ ਕਿਚ ਕਹੀਏ। ਇਹ ਪ੍ਰੋਗਰਾਮ ਹੈ ਜਿਸ ਵਿੱਚ ਆਪਾਂ ਵੱਖੋ ਵੱਖਰੇ ਟੌਪਿਕਸ ਲੈਂਦੇ ਹਾਂ। ਖਾਸ ਕਰਕੇ ਉਹ ਗੱਲਾਂ ਬਾਤਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਵਿਸ਼ਾ ਆਧਾਰਿਤ ਰੱਖਿਆ ਜਾਂਦਾ ਜੋ ਅਸੀਂ ਘਰ ਦੇ ਵਿੱਚ ਬੈਠ ਕੇ ਕਰਦੇ ਹਾਂ, ਪਰਿਵਾਰ ਦੇ ਵਿੱਚ ਬੈਠ ਕੇ ਕਰਦੇ ਹਾਂ, ਜਿਨ੍ਹਾਂ ਬਾਰੇ ਤੁਹਾਨੂੰ ਨੌਲੇਜ ਦੇਣੀ ਬਣਦੀ ਹੈ। ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਐਸਾ ਵਿਸ਼ਾ ਰੱਖਿਆ ਜਾਵੇ ਜਿਸ ਦੇ ਨਾਲ ਵੱਧ ਤੋਂ ਵੱਧ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਸੇਧ ਮਿਲ ਸਕੇ। ਸੋ ਉਹਨਾਂ ਸਾਰੇ ਹੀ ਵਿਸ਼ਿਆਂ ਤੇ ਸਾਡੇ ਨਾਲ ਖਾਸ ਗੱਲਬਾਤ ਕਰਨ ਦੇ ਲਈ ਪਟਿਆਲਾ ਤੋਂ ਜੁੜਦੇ ਨੇ ਡਾਕਟਰ ਹਰਸ਼ਿੰਦਰ ਕੌਰ। ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਮੈਮ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਰਹੇ ਨੇ ਸਭਨਾਂ ਨੂੰ ਨਿੱਘੀ ਫਤਿਹ। ਤੁਹਾਡੀ ਪਿਆਰੀ ਮਿੱਠੀ ਟੁਣਕਦੀ ਜੀ ਆਵਾਜ਼ ਸੁਣ ਕੇ ਸੱਚੀ ਮੁੱਚੀ ਬਸ ਕੁਛ ਨਾ ਪੁੱਛੋ। ਹੁਣ ਅੱਗੋਂ ਮੈਂ ਨਹੀਂ ਕਹਿੰਦੀ, ਆਪੇ ਸੁਣਨ ਵਾਲੇ ਹੀ ਕਹਿਣਗੇ ਜੀ। ਸਾਡੇ ਸਾਰੇ ਦਰਸ਼ਕ ਜਾਣਦੇ ਨੇ ਕਿ ਡਾਕਟਰ ਹਰਸ਼ਿੰਦਰ ਕੌਰ ਸ਼ਖਸੀਅਤ ਨੇ ਜੋ ਬੱਚਿਆਂ ਦੀ ਤਾਂ ਸਪੈਸ਼ਲਿਸਟ ਹੈ ਹੀ ਹੈ। ਇਹ ਮੈਂ ਅਕਸਰ ਤੁਹਾਨੂੰ ਦੱਸਦੀ ਹੁੰਦੀ ਹਾਂ ਕਿ ਕਿਸ ਤਰੀਕੇ ਦੇ ਨਾਲ ਔਰਤਾਂ ਦੇ ਨਾਲ ਜਿੱਥੇ ਕੋਈ ਪਰੇਸ਼ਾਨੀ ਹੁੰਦੀ ਹੈ, ਉਹਦੇ ਨਾਲ ਕੋਈ ਖਿਲਵਾੜ ਕੀਤਾ ਜਾਂਦਾ, ਕੋਈ ਮੁਸੀਬਤ ਦੇ ਵਿੱਚ ਫਸਿਆ ਹੁੰਦਾ ਤਾਂ ਬੜੀ ਹੀ ਬਹਾਦਰੀ ਦੇ ਨਾਲ ਉਹਨਾਂ ਦੇ ਲਈ ਆਵਾਜ਼ ਉਠਾਉਂਦੇ ਨੇ। ਸਮਾਜ ਦੇ ਵਿੱਚ ਜਿੰਨੀਆਂ ਵੀ ਕੁਰੀਤੀਆਂ ਫੈਲੀਆਂ ਹੋਈਆਂ ਨੇ, ਭਾਵੇਂ ਕਿਸੇ ਵੀ ਮਹਿਕਮੇ ਦੇ ਨਾਲ ਰਿਲੇਟਡ ਹੋਣ, ਭਾਵੇਂ ਇਹਨਾਂ ਦੇ ਖੁਦ ਦੇ ਮਹਿਕਮੇ ਦੇ ਨਾਲ ਰਿਲੇਟਡ ਹੋਣ, ਤਾਂ ਇਹ ਨਿਡਰ ਹੋ ਕੇ ਉਸ ਚੀਜ਼ ਦੇ ਲਈ ਬੋਲਦੇ ਨੇ। ਇਸ ਲਈ ਸਾਡੇ ਸਾਰੇ ਦਰਸ਼ਕ ਨੇ ਜਿਹੜੇ 7 ਸਮੁੰਦਰ ਪਾਰ ਕਿਸੇ ਵੀ ਦੇਸ਼ ਦੇ ਵਿੱਚ ਬੈਠੇ ਹੋਣ, ਇਹਨਾਂ ਨੂੰ ਬਹੁਤ ਪਸੰਦ ਕਰਦੇ ਨੇ। ਅੱਜ ਦਾ ਜਿਹੜਾ ਟੌਪਿਕ ਹੈ ਉਹ ਬੜਾ ਹੀ ਸੰਜੀਦਗੀ ਵਾਲਾ ਟੌਪਿਕ ਹੈ ਕਿਉਂਕਿ ਸਭ ਨੂੰ ਪਤਾ ਹੈ ਨਿਊਯਾਰਕ ਦੇ ਰਿਚਮੰਡ ਹਿੱਲ ਏਰੀਏ ਦੇ ਵਿੱਚ ਪੰਜਾਬੀ ਮੂਲ ਦੀ ਮੁਟਿਆਰ ਮਨਦੀਪ ਕੌਰ ਨੇ ਖੁਦਕੁਸ਼ੀ ਕਰ ਲਈ। ਕੀ ਕਾਰਨ ਰਹੇ, ਕਿਉਂ ਉਹਨਾਂ ਨੂੰ ਖੁਦਕੁਸ਼ੀ ਕਰਨੀ ਪਈ? ਆਖਿਰ ਕਿਉਂ ਇਨਸਾਨ ਖੁਦਕੁਸ਼ੀ ਕਰਨ ਦੇ ਰਾਹ ਤੇ ਚੱਲ ਪੈਂਦਾ? ਕਿਹੜੀਆਂ ਗੱਲਾਂ ਨੇ ਜੋ ਮਜਬੂਰ ਕਰ ਦਿੰਦੀਆਂ ਨੇ? ਸੋ ਕੀ ਕੁਝ ਪਾਣਾ ਹੋ ਸਕਦਾ ਹੈ? ਕਿਵੇਂ ਇੱਕ ਇਨਸਾਨ ਆਪਣੀ ਜ਼ਿੰਦਗੀ ਨੂੰ ਖਤਮ ਕਰ ਲੈਂਦਾ? ਇਹ ਸਾਰੇ ਬਾਰੇ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਆਪਾਂ ਮੈਮ ਤੋਂ ਇੱਕ ਕਹਾਣੀ ਸੁਣਦੇ ਹੁੰਦੇ ਹਾਂ ਜਿਸ ਤੋਂ ਸਾਡੀ ਜ਼ਿੰਦਗੀ ਦੇ ਵਿੱਚ ਬੜੀ ਵਧੀਆ ਸੇਧ ਹੈ ਜਿਹੜੀ ਸਾਨੂੰ ਸਿੱਖਣ ਨੂੰ ਮਿਲਦੀ ਹੈ। ਤਾਂ ਮੈਮ ਅੱਜ ਤੁਸੀਂ ਦਰਸ਼ਕਾਂ ਦੇ ਲਈ ਕਿਹੜੀ ਕਹਾਣੀ ਹੈ ਜਿਹੜੀ ਉਹ ਲੈ ਕੇ ਆਏ ਹੋ? ਅੱਜ ਇੱਕ ਸਵਾਲੀਆ ਚਿੰਨ੍ਹ ਛੱਡਾਂਗੀ ਪਹਿਲਾਂ, ਕਿਉਂਕਿ ਅਸੀਂ ਆਮ ਹੀ ਗੱਲ ਕਰਦੇ ਹਾਂ ਪਿਆਰ ਦੀ, ਮੁਹੱਬਤ ਦੀ। ਤੇ ਜਦੋਂ ਇਸ ਸ਼ਬਦ ਦਾ ਅਸੀਂ ਵਰਤਦੇ ਹਾਂ, ਜਦੋਂ ਸ਼ਬਦ ਦੀ ਸਭ ਤੋਂ ਪਹਿਲੀ ਚੀਜ਼ ਸਾਡੇ ਦਿਮਾਗ ਵਿੱਚ ਆਉਂਦੀ ਜੀ ਤਾਜ ਮਹਿਲ।
ਮੈਂ ਅੱਜ ਇੱਕ ਉਸ ਤੋਂ ਵੀ ਖੂਬਸੂਰਤ ਇੱਕ ਪ੍ਰੇਮ ਕਹਾਣੀ ਦੱਸਣ ਲੱਗੀ ਹਾਂ ਅਸਲ ਜ਼ਿੰਦਗੀ ਦੇ ਵਿੱਚ ਵੀ, ਜਿਹਨੂੰ ਸ਼ਾਇਦ ਬਹੁਤੇ ਲੋਕਾਂ ਨੇ ਨਾ ਤਾਂ ਕਿਤੇ ਤੱਕਿਆ ਹੋਵੇ ਤੇ ਹੂੰ ਸ਼ਾਇਦ ਬਹੁਤਿਆਂ ਨੂੰ ਪਤਾ ਹੀ ਨਾ ਹੋਵੇ ਕਿ ਇਸ ਤਰ੍ਹਾਂ ਦੀ ਪਿਆਰ ਦੀ ਨਿਸ਼ਾਨੀ ਵੀ ਹੋ ਸਕਦੀ। ਹੂੰ ਦਰਅਸਲ ਥੋੜਾ ਜਿਹਾ ਹਿੰਟ ਦੇ ਦਿੰਦੀ ਹਾਂ, ਜਿਸ ਦੀ ਮੈਂ ਗੱਲ ਕਰਨ ਲੱਗੀ ਹਾਂ। ਉਹਨਾਂ ਨੇ ਅਹ, ਸਾਡੀ ਓਲੰਪਿਕ ਹਾਕੀ ਟੀਮ ਨੂੰ ਵੀ ਸਪਾਂਸਰ ਕੀਤਾ ਸੀ, ਜਿਨ੍ਹਾਂ ਨੇ ਬਾਅਦ ਵਿੱਚ ਫਿਰ ਓਲੰਪਿਕ ਗੋਲਡ ਵੀ ਜਿੱਤਿਆ। ਖੈਰ ਇਹ ਪਿਆਰ ਦੀ ਕਹਾਣੀ ਬਾਅਦ ਵਿੱਚ ਫੈਸਲਾ ਸਾਰੇ ਹੀ ਕਰਨ ਸੁਣਨ ਵੇਖਣ ਵਾਲੇ ਕਿ ਤਾਜ ਮਹਿਲ ਜ਼ਿਆਦਾ ਉਸ ਤੋਂ ਖੂਬਸੂਰਤ ਹੋਏਗਾ ਜਾਂ ਹੁਣ ਮੌਜੂਦਾ ਜੋ ਇਹ ਪਿਆਰ ਦੀ ਕਹਾਣੀ ਦੀ ਮਿਸਾਲ ਦੇਣੀ। ਦਰਅਸਲ ਗੱਲ ਤੁਰਦੀ ਜੇ ਪਿਛਾਂਹ, ਜਿੱਥੇ ਲਗਭਗ 14 ਫਰਵਰੀ 1898 ਨੂੰ, ਮੈਂ ਇਸ ਸ਼ਖਸ ਦਾ ਨਾਮ ਥੋੜਾ ਠਹਿਰ ਕੇ ਲਵਾਂਗੀ ਤਾਂ ਕਿ ਥੋੜਾ ਜਿਹਾ ਇੱਕ ਲੋਕੀ ਸੋਚਣ ਤੇ ਮਜਬੂਰ ਹੋਣ ਕਿਹਦੀ ਗੱਲ ਕਰ ਰਹੀ। ਜੀ ਤਾਂ ਇਸ ਸ਼ਖਸ ਦਾ ਵਿਆਹ ਹੋਇਆ ਮਿਹਰ ਬਾਈ ਦੇ ਨਾਲ। ਹੂੰ ਬੜੀ ਤਗੜਾ ਉਸਨੂੰ ਉਸ ਨਾਲ ਪਿਆਰ ਸੀ, ਮੁਹੱਬਤ ਸੀ, ਇੰਨਾ ਯਾਨੀ ਪਿਆਰ ਕਿ ਉਸਨੇ 2 ਵਰੇ ਜਦੋਂ ਪੂਰੇ ਹੋਏ ਤਾਂ ਇੱਕ ਖੂਬਸੂਰਤ ਹੀਰਾ ਦਿੱਤਾ ਸੁਗਾਤ ਵਜੋਂ, ਜਿਸਨੂੰ ਜੁਬਲੀ ਡਾਇਮੰਡ ਦੇ ਨਾਮ ਨਾਲ ਜਾਣਿਆ ਜਾਂਦਾ, ਜੋ ਕੋਹਿਨੂਰ ਹੀਰੇ ਤੋਂ ਦੁੱਗਣਾ ਵੱਡਾ। ਜੀ ਯਾਨੀ ਅੱਤ ਦਾ ਪਿਆਰ ਉਹ ਕਰਦੇ ਸਨ। ਤੇ ਉਦੋਂ ਜਿਹੜੀ ਇਹ ਦਿੱਤੀ ਗਈ ਸ਼ਾਇਦ ਕਿਸੇ ਨੂੰ ਅੰਦਾਜ਼ਾ ਵੀ ਨਾ ਹੋਏ ਕਿ ਤੁਸੀਂ 2 ਗੁਣਾ ਮਹਿੰਗਾ ਜਦੋਂ ਕੋਹਿਨੂਰ ਤੋਂ ਹੋਇਆ, ਤਾਂ ਜਦੋਂ ਬਣਾਉਣ ਵਾਲਾ ਹੋਏਗਾ ਤਾਂ ਉਹਨੂੰ ਇਹੀ ਉਮੀਦ ਸੀ ਕਿ ਜਿਸਨੇ ਮੰਗਵਾਇਆ ਹੈ, ਇਹ ਜ਼ਰੂਰ ਇੰਗਲੈਂਡ ਦੀ ਮਹਾਰਾਣੀ ਨੂੰ ਹੀ ਗਿਫਟ ਕਰਨਾ ਹੋਏਗਾ, ਜਾਂ ਹੋ ਸਕਦਾ ਹੈ ਅਮਰੀਕਾ ਦੇ ਕਿਸੇ ਉੱਚ ਪੱਧਰੀ ਸਿਆਸਤਦਾਨ ਜਾਂ ਪ੍ਰਾਈਮ ਮਿਨਿਸਟਰ ਨੂੰ ਹੀ ਨਾ ਦੇਣਾ ਹੋਵੇ, ਜਾਂ ਪ੍ਰੈਜ਼ੀਡੈਂਟ ਨੂੰ, ਜਿਹਨੂੰ ਵੀ ਦੇਣਾ ਹੋਏਗਾ। ਹੂੰ ਪਰ ਉਹ ਦਰਅਸਲ ਕਿੱਥੇ ਗਿਆ ਇਹ ਉਹਨੂੰ ਨਹੀਂ ਸੀ ਪਤਾ, ਘੜਨ ਵਾਲੇ ਨੂੰ। ਸੋ ਖੂਬਸੂਰਤ ਤਰਾਸ਼ਿਆ ਉਹ ਹੀਰਾ, ਸਮਝ ਹੀ ਸਕਦੇ ਹਾਂ ਕਿੱਡਾ ਤਗੜਾ, ਕਿੱਡਾ ਮਹਿੰਗਾ ਹੋਏਗਾ, ਜੋ ਕੋਹਿਨੂਰ ਤੋਂ ਵੀ 2 ਗੁਣਾ ਵੱਡਾ ਤੇ ਉਸ ਬੇਸ਼ਕੀਮਤੀ ਉਸ ਤੋਂ ਵੀ 3 ਗੁਣਾ ਵਧੀਆ ਸੋਹਣਾ ਤਰਾਸ਼ਿਆ ਹੋਇਆ। ਜੀ ਸੋ ਉਹ ਇਸ ਤਰ੍ਹਾਂ ਉਹਨਾਂ ਨੇ ਜਦੋਂ ਦਿੱਤਾ ਤਾਂ ਨੈਚੁਰਲੀ ਉਸ ਔਰਤ ਨੂੰ ਤਾਂ ਬਹੁਤ ਜ਼ਿਆਦਾ ਚੰਗਾ ਲੱਗਿਆ ਹੀ ਹੋਣਾ। ਤੇ ਤੁਹਾਨੂੰ ਪਤਾ ਹੀ ਹੈ ਮੇਰਾ ਖਿਆਲ ਕਿ ਜਿਸ ਔਰਤ ਕੋਲ ਇਸ ਤਰੀਕੇ ਦੀ ਜੁਐਲਰੀ ਹੋਵੇ, ਕਿੰਨਾ ਉਹ ਪਿਆਰ ਕਰਦੀ ਏ ਆਪਣੇ ਗਹਿਣਿਆਂ ਨਾਲ, ਤੇ ਕਿਸ ਤਰੀਕੇ ਉਹ, ਪਰ ਉਹਦਾ ਵਾਪਸ ਕਿਵੇਂ ਪਿਆਰ ਤੇ ਮੁਹੱਬਤ ਦਾ ਸਾਂਝ ਸੀ ਨਾ, ਉਹ ਦੱਸਦੀ ਹੈ ਕਿ ਬਿਜ਼ਨਸ ਤਗੜਾ ਸੀ ਵਿਸ਼ਵ ਪੱਧਰ ਦਾ। ਜੀ ਪਰ ਉਹ ਹੌਲੀ-ਹੌਲੀ ਇੱਕਦਮ ਕੁਛ ਅਜਿਹਾ ਭਾਣਾ ਵਾਪਰਿਆ ਕਿ ਬਿਜ਼ਨਸ ਠੱਪ ਹੋਣ ਦੇ ਨੇੜੇ ਪਹੁੰਚ ਗਿਆ ਹੂੰ ਤੇ ਰੌਲਾ ਪੈ ਗਿਆ ਕਿ ਜਿਹੜੇ ਮਜ਼ਦੂਰ ਸਨ ਉਹਨਾਂ ਨੂੰ ਦਿਹਾੜੀ ਵੀ ਨਹੀਂ ਮਿਲ ਰਹੀ। ਸੋ ਹੂੰ ਕਾਫੀ ਰੌਲਾ ਪੈਂਦਿਆਂ ਦੇਖ ਜਦੋਂ ਪਤਾ ਲੱਗਿਆ ਕਿ ਬੈਂਕ ਖਾਲੀ ਨੇ, ਕੁਝ ਵੀ ਨਹੀਂ ਬਚਿਆ, ਤਾਂ ਇਸੇ ਸ਼ਖਸ ਨੇ ਸੋਚਿਆ ਕੀ ਕਰਾਂ, ਕੀ ਗਿਰਵੀ ਰੱਖਾਂ, ਕਿੱਥੋਂ ਲੋਨ ਲਵਾਂ ਕਿ ਇਹ ਮੇਰਾ ਬਿਜ਼ਨਸ ਵਾਪਸ ਖੜਾ ਹੋ ਸਕੇ। ਕੋਈ ਅਸਲ 'ਚ ਧੋਖਾ ਦੇ ਗਿਆ ਸੀ ਉਹਨਾਂ ਨੂੰ, ਜਿਸ ਸਦਕਾ ਇਹ ਬਿਜ਼ਨਸ ਉਹਨਾਂ ਦਾ ਬਹਿ ਗਿਆ। ਜੀ ਹੁਣ ਹੋਰ ਕੋਈ ਚਾਰਾ ਨਹੀਂ ਸੀ, ਨਾ ਬੈਂਕ, ਨਾ ਕੋਈ ਹੋਰ ਇੰਨਾ ਵੱਡਾ ਲੋਨ ਦੇ ਨਹੀਂ ਸੀ ਸਕਦਾ। ਵਿਸ਼ਵ ਪੱਧਰੀ ਕੰਪਨੀ ਹੋਵੇ, ਤੁਸੀਂ ਸਮਝ ਸਕਦੇ ਹੋ, ਤੇ ਫਿਰ ਉਹ ਵੀ ਭਾਰਤ ਦਾ ਕੋਈ ਬੰਦਾ ਕਰ ਰਿਹਾ ਹੋਵੇ। ਸੋ ਨਤੀਜੇ ਵਜੋਂ ਜਦੋਂ ਕੋਈ ਰਾਹ ਨਾ ਲੱਭਿਆ ਤਾਂ ਮਿਹਰ ਬਾਈ ਆਪ ਹੀ ਅਗਾਂਹ ਹੋਈ ਕਿ ਮੈਂ ਆਪਣੀ ਸਾਰੀ ਜਿਹੜੀ ਮੇਰੀ ਜੁਐਲਰੀ ਹੈ, ਉਹ ਸਾਰੀ ਦੀ ਸਾਰੀ ਮੈਂ ਗਿਰਵੀ ਰਖਵਾ ਦਿੰਦੀ ਹਾਂ, ਤੇ ਘੱਟੋ ਘੱਟ ਇਹ ਸਾਡਾ ਕੰਮ ਤੁਰਦਾ ਰਵੇ। ਜੀ ਉਹ ਸਾਰੇ ਦੇ ਸਾਰੇ ਉਹਦੇ ਗਹਿਣੇ ਗਿਰਵੀ ਰੱਖੇ ਗਏ, ਤਾਂ ਫਿਰ ਉਹ ਸਾਰਾ ਪੈਸਾ ਜੋ ਮਿਲਿਆ, ਜਿਨ੍ਹਾਂ ਵਿੱਚ ਜੁਬਲੀ ਡਾਇਮੰਡ ਸ਼ਾਮਲ, ਹੂੰ ਤਾਂ ਉਹ ਸਾਰਾ ਕਰਜ਼ਾ ਵੀ ਉਤਰਿਆ ਜਿੰਨਾ ਚੜ ਗਿਆ ਸੀ। ਸਾਰੇ ਮਜ਼ਦੂਰਾਂ ਨੂੰ ਵੀ ਉਹਨਾਂ ਦੀ ਤਨਖਾਹ ਮਿਲੀ, ਪਿਛਲਾ ਪੈਂਡਿੰਗ ਬਕਾਇਆ ਵੀ ਮਿਲ ਗਿਆ। ਤੇ ਇਹ ਇਤਿਹਾਸ ਜੇ ਕਿ ਇੱਕ ਵੀ ਮਜ਼ਦੂਰ ਕੱਢਿਆ ਨਹੀਂ ਸੀ ਗਿਆ ਕਿ ਗਰੀਬ ਨੇ, ਯਾਨੀ ਜਿਹੜਾ ਇਨਸਾਨ ਆਪਣੀ ਪਤਨੀ ਨੂੰ ਇੰਨਾ ਪਿਆਰ ਕਰਦਾ ਸੀ ਅੱਤ ਦਾ, ਉਹ ਹਰ ਮਜ਼ਦੂਰ ਨਾਲ ਵੀ ਓਨਾ ਹੀ ਜੁੜਿਆ ਹੋਇਆ ਸੀ। ਹੂੰ ਪਰ ਵਾਪਸ ਕਿਆ ਖੂਬਸੂਰਤ ਤਰੀਕੇ ਨਾਲ ਉਸ ਟੀਵੀ ਨੇ ਵੀ ਉਹਨਾਂ ਨੂੰ ਇਸੇ ਤਰ੍ਹਾਂ ਖੜਾ ਕੀਤਾ ਸੀ ਉਸ ਸਾਰੇ ਦੇ ਵਿੱਚੋਂ। ਜੀ ਖੈਰ ਇਸੇ ਤਰ੍ਹਾਂ ਸਮਾਂ ਲੰਘਦਾ ਗਿਆ। ਓਲੰਪਿਕ ਟੀਮ ਵੀ ਮੈਂ ਤੁਹਾਨੂੰ ਦੱਸਿਆ ਉਹਨਾਂ ਨੇ ਭਿਜਵਾਈ ਹਾਕੀ ਦੀ, ਤੇ ਹੂੰ ਉਹ ਅਖੀਰ ਜੇਤੂ ਵੀ ਬਾਅਦ ਵਿੱਚ ਹੋਈ, ਗੋਲਡ ਵੀ ਲੈ ਕੇ ਆਈ। ਗੱਲ ਕਰਦੀ ਹਾਂ ਥੋੜੇ ਜਿਹੇ ਅਗਾਂਹ ਦੀ। ਜੀ ਇਹ ਹੋਇਆ ਲਗਭਗ 1931 ਵਿੱਚ। ਹੂੰ ਉਹਨਾਂ ਦੀ 50ਵੀਂ ਵਰ੍ਹੇਗੰਢ ਸੀ।
ਸੋ ਉਦੋਂ ਜ਼ਾਹਰ ਹੈ ਤੁਸੀਂ ਸਮਝ ਹੀ ਸਕਦੇ ਹੋ ਕਿ ਕਿੰਨਾ ਖੂਬਸੂਰਤ ਸਮਾਂ ਹੋਏਗਾ। ਉਹ ਸਾਰਾ ਕੁਝ ਵਾਪਸ, ਕਿਉਂਕਿ ਉਦੋਂ ਤੱਕ ਪਹੁੰਚ ਚੁੱਕੇ ਹੋਏ ਸਨ, ਸਾਰੀ ਜੁਐਲਰੀ ਵਾਪਸ ਵੀ ਆਈ, ਔਰ ਉਹੀ ਜੁਬਲੀ ਡਾਇਮੰਡ ਵੀ ਵਾਪਸ ਆਇਆ। ਸੋ ਬਹੁਤ ਖੁਸ਼ੀ ਦਾ ਸਮਾਂ ਸੀ। ਸਾਰੇ ਜਿੰਨੇ ਵੀ ਕੰਪਨੀ 'ਚ ਕੰਮ ਕਰਨ ਵਾਲੇ ਸੀ, ਸਭਨਾਂ ਨੂੰ ਬੋਨਸਿਸ ਵੱਡੇ ਦਿੱਤੇ ਗਏ। ਸੋ ਉਹ ਸਾਰੇ ਜਣੇ ਇੱਕ ਦੇ ਘਰ 'ਚ ਵੀ ਗਏ, ਮਿਲੇ ਵੀ, ਸਮਝ ਸਕਦੇ ਹੋ ਲੱਖਾਂ ਦੀ ਗਿਣਤੀ ਵਿੱਚ ਮਜ਼ਦੂਰ। ਪਰ ਇਹ ਵਰ੍ਹਿਆਂ ਅਜੇ ਮਨਾਈ ਸੀ ਵਰ੍ਹੇਗੰਢ, ਹਫ਼ਤੇ ਦੇ ਵਿੱਚ ਹੀ ਪਤਾ ਲੱਗਿਆ ਕਿ ਮਿਹਰ ਬਾਈ ਜੀ ਨੂੰ ਕੈਂਸਰ ਹੈ। ਹੂੰ। ਕੈਂਸਰ ਦਾ ਜਦੋਂ ਪਤਾ ਲੱਗਿਆ ਤਾਂ ਉਦੋਂ ਤੱਕ ਕੈਂਸਰ ਸਾਰੇ ਫੈਲ ਚੁੱਕਿਆ। ਜੀ। ਹੁਣ ਉਹ ਸ਼ਖਸ ਜਿਹੜਾ ਇੰਨਾ ਜ਼ਿਆਦਾ ਆਪਣੀ ਪਤਨੀ ਨਾਲ ਅਟੈਚਡ ਹੋਵੇ, ਇੰਨੀਆਂ ਮਹਿੰਗੀਆਂ ਸੌਗਾਤਾਂ ਦਿੰਦਾ ਹੋਵੇ, ਜਿਹੜਾ ਇੱਕ ਇੱਕ ਆਪਣੇ ਬੰਦੇ ਲਈ ਵੀ ਤੜਫਦਾ ਹੋਵੇ, ਤੁਸੀਂ ਸਮਝ ਸਕਦੇ ਹੋ ਕਿੰਨਾ ਉਹਨੂੰ ਧੱਕਾ ਲੱਗਿਆ ਹੋਣਾ। ਸੋ ਵਿਸ਼ਵ ਦਾ ਹਰ ਚੰਗੇ ਤੋਂ ਚੰਗਾ, ਮਹਿੰਗੇ ਤੋਂ ਮਹਿੰਗਾ ਹਸਪੀਟਲ ਵੀ ਸਾਰਾ ਜਾਇਆ ਗਿਆ, ਸਭ ਨੂੰ ਚੈੱਕਅਪ ਕਰਾਇਆ ਗਿਆ। ਹਰ ਇੱਕ ਨੇ ਇਹੋ ਕਿਹਾ ਕਿ ਜ਼ਿੰਦਗੀ ਸਿਰਫ 2 ਜਾਂ 3 ਮਹੀਨੇ ਦੀ, ਇਸ ਤੋਂ ਵੱਧ ਨਹੀਂ। ਹੂੰ। ਸਾਰਾ ਫੈਲਿਆ ਕੈਂਸਰ ਸੀ। ਸੋ ਇਸੇ ਕਾਰਨ ਉਹ ਅਖੀਰ 1931 ਦੇ ਵਿੱਚ ਹੀ ਉਹਨਾਂ ਦੀ ਮੌਤ ਵੀ ਹੋ ਗਈ। ਉਹ 50ਵਾਂ ਜਦੋਂ ਵਰ੍ਹਾ ਮਨਾਉਣ ਦੇ ਵਿੱਚ ਹੀ 3 ਮਹੀਨਿਆਂ ਦੇ ਅੰਦਰ ਅੰਦਰ ਉਹਨਾਂ ਦੀ ਮੌਤ ਵੀ ਹੋ ਗਈ। ਹੂੰ। ਸੋ ਹੁਣ ਆਪਾਂ ਆਉਂਦੇ ਹਾਂ, ਜਿਹਦਾ ਮੈਂ ਨਾਮ ਲਵਾਂਗੀ ਹੁਣ ਕਿ ਇਹ ਸ਼ਖਸ ਕੌਣ ਸੀ, ਕਿਉਂਕਿ ਇਹ ਕੈਂਸਰ ਨਾਲ ਹੋਈ ਮੌਤ ਉਹਨਾਂ ਨੂੰ ਇੰਨਾ ਕੁ ਝੰਜੋੜ ਗਈ ਸੀ, ਇੰਨਾ ਉਹ ਜ਼ਿਆਦਾ ਪਿਆਰ ਕਰਦੇ ਸਨ ਆਪਣੀ ਪਤਨੀ ਨਾਲ ਜੀ। ਕਿ ਉਹਨਾਂ ਨੇ ਉਹੀ ਜੁਬਲੀ ਡਾਇਮੰਡ ਦੇ ਨਾਲ ਇੱਕ ਟਰਸਟ ਖੋਲੀ, ਜਿਹਦਾ ਨਾਮ ਸੀ ਦੋਰਾਬਜੀ ਟਾਟਾ ਟਰਸਟ। ਸੋ ਇਹ ਸ਼ਖਸ ਜਿਹਦੀ ਮੈਂ ਗੱਲ ਕਰ ਰਹੀ ਹਾਂ, ਦੋਰਾਬਜੀ ਟਾਟਾ ਇਹਨਾਂ ਦਾ ਨਾਮ ਸੀ। ਟਾਟਾ ਐਮਪਾਇਰ ਜਿਨ੍ਹਾਂ ਨੇ ਅੱਗੋਂ ਸਾਰੀ ਖੜੀ ਕਰਨੀ ਸੀ। ਸੋ ਇਸ ਟਰਸਟ ਦੇ ਵਿੱਚ ਪਤਾ ਜੇ ਕਿਹੜੀ ਪਿਆਰ ਦੀ ਨਿਸ਼ਾਨੀ ਖੋਲੀ ਗਈ। ਉਹ ਪਿਆਰ ਦੀ ਨਿਸ਼ਾਨੀ ਜੇ ਟਾਟਾ ਮੈਮੋਰੀਅਲ ਹਸਪੀਟਲ। ਮੇਰਾ ਦਿਲ ਭਰਦਾ ਹੈ ਗੱਲ ਕਰਦਿਆਂ ਵੀ। ਦੇਖੋ ਨਾ, ਜਿੱਥੇ ਰੋਂਦੇ ਲੋਕ ਜਾਂਦੇ ਨੇ ਹਰ ਰੋਜ਼ ਦਾ ਵੀ ਜੇ ਆਪਾਂ ਸੋਚੀਏ ਤਾਂ ਘੱਟੋ ਘੱਟ ਉੱਥੇ 70,000 ਬੰਦੇ ਪਹੁੰਚਦੇ ਨੇ ਆਪਣੇ ਇਲਾਜ ਵਾਸਤੇ। ਜੀ। ਤੇ ਤੁਸੀਂ ਹੈਰਾਨ ਹੋਵੋਗੇ ਕਿ ਉਹਨਾਂ ਵਿੱਚੋਂ 70% ਬਿਲਕੁਲ ਮੁਫਤ ਇਲਾਜ ਕਰਵਾਉਂਦੇ ਨੇ। ਯਾਨੀ ਉਹਦੀ ਕੋਈ ਇਸ ਪਿਆਰ ਦੀ ਨਿਸ਼ਾਨੀ ਦੀ ਐਂਟਰੀ ਫੀ ਨਹੀਂ ਹੈ। ਕੋਈ ਵੀ ਰੋਂਦਾ ਜਾਂਦਾ ਤੇ ਹੱਸਦਾ ਹੋਇਆ ਵਾਪਸ ਆਉਂਦਾ, ਜਾਂ ਟੱਬਰ ਦੇ ਵਿੱਚ ਖੁਸ਼ੀ ਭਰ ਕੇ ਵਾਪਸ ਆਉਂਦਾ। ਸੋ ਇਹ ਸਮਝ ਲਓ ਕਿ 90 ਵਰ੍ਹਿਆਂ ਤੋਂ ਉੱਪਰ ਦੀ ਇਹ ਉਸਾਰੀ ਯਾਦ, ਜਿੱਥੇ ਮੱਥਾ ਟੇਕਣ ਨੂੰ ਜੀ ਕਰਦਾ। ਮੇਰਾ ਅੱਜ ਚਿੱਤ ਕਰਦਾ, ਕਿਉਂਕਿ ਕੈਂਸਰ ਸ਼ਾਇਦ ਕੋਈ ਹੋਈ ਘਰ ਹੋਏਗੀ ਜਿਸਨੇ ਛੱਡਿਆ ਹੋਵੇ ਇਹਨੂੰ, ਜਾਂ ਕਿਸੇ ਦੇ ਰਿਸ਼ਤੇਦਾਰੀ 'ਚ ਜਾਂ ਦੋਸਤ ਮਿੱਤਰ 'ਚ ਜਾਂ ਘਰ ਦੇ ਵਿੱਚ ਹੀ ਇਹ ਨਾ ਚੀਜ਼ ਆਈ ਹੋਵੇ। ਜੀ। ਪਰ ਜਿਸਨੇ ਕਦੇ ਇਸ ਪਿਆਰ ਦੀ ਨਿਸ਼ਾਨੀ 'ਚ ਜਾ ਕੇ ਖੁਸ਼ੀ ਵਾਪਸ ਲਈ ਹੋਵੇ, ਜਾਂ ਜਿਸਨੇ ਵੇਖਣਾ ਹੋਏ ਕਿ ਅਸਲ ਕਿਸੇ ਦੀ ਕਿਵੇਂ ਕੋਈ ਸਹਾਰਦਾ, ਉਹ ਪੀੜ ਜਰਦਾ ਤੇ ਕਿਵੇਂ ਉਸ 'ਚੋਂ ਫਿਰ ਨਿਕਲ ਕੇ ਆਉਂਦਾ, ਜਾਂ ਆਮ ਬੰਦਿਆਂ ਨੂੰ ਕੀ ਉੱਥੇ ਜਾ ਕੇ ਕਰਨਾ ਚਾਹੀਦਾ ਜਿੱਥੇ ਕੋਈ ਫੀਸ ਐਂਟਰੀ ਨਹੀਂ ਹੈ, ਕਿ ਅਸੀਂ ਜਾ ਕੇ ਜੇ ਉੱਥੇ ਨਿੱਕੇ ਨਿੱਕੇ ਬੱਚੇ ਜੋ ਜੂਝਦੇ ਪਏ ਨੇ ਕੈਂਸਰ ਦੇ ਨਾਲ, ਗਰੀਬ ਅਮੀਰ ਸਭ ਇੱਕੋ ਹੀ ਤਰ੍ਹਾਂ ਪਏ ਨੇ ਮੰਜਿਆਂ ਤੇ, ਪਰ ਉਹ ਗਰੀਬ ਵੀ ਬਿਲਕੁਲ ਉਸੇ ਤਰ੍ਹਾਂ ਦਾ ਹੀ ਇਲਾਜ ਵਧੀਆ ਜਿੰਨਾ ਚੋਟੀ ਦਾ ਹੋ ਸਕਦਾ ਮੁਫਤ ਲੈ ਰਹੇ ਨੇ। ਪਰ ਉਹਨਾਂ ਬੱਚਿਆਂ ਦੇ ਨਾਲ ਕਦੇ ਇੱਕ ਦਿਨ ਕਦੇ ਜ਼ਰੂਰ ਬਿਤਾਉਣਾ ਚਾਹੀਦਾ। ਜੇ ਤਾਜ ਮਹਿਲ ਲਈ ਅਸੀਂ ਦਿਨ ਕੱਢ ਸਕਦੇ ਹਾਂ, ਹਵਾਈ ਜਹਾਜ਼ ਤੇ ਜਾ ਸਕਦੇ ਹਾਂ, 5 ਤਾਰਾ ਹੋਟਲਾਂ 'ਚ ਰਹਿ ਸਕਦੇ ਹਾਂ, ਖੂਬਸੂਰਤ ਤਸਵੀਰਾਂ ਖਿਚਵਾ ਸਕਦੇ ਹਾਂ, ਕਦੇ ਜ਼ਿੰਦਗੀ ਦੇ 3 ਘੰਟੇ ਉਸ ਕੈਂਸਰ ਵਾਰਡ ਵਿੱਚ ਜੋ ਇਹ ਜੂਝਦੇ ਬੱਚੇ, ਉਹਨਾਂ ਦੇ ਚਿਹਰੇ ਤੇ ਖੁਸ਼ੀ ਲਿਆ ਸਕੀਏ, ਯਕੀਨਨ ਇਸ ਤੋਂ ਖੂਬਸੂਰਤ ਦੁਨੀਆ ਦੀ ਕੋਈ ਪਿਆਰ ਦੀ ਨਿਸ਼ਾਨੀ ਨਹੀਂ ਹੋ ਸਕਦੀ, ਜਿਹੜੀ ਹਰ ਕਿਸੇ ਨੂੰ ਖੁਸ਼ੀ ਦੇ ਨਾਲ ਭਰ ਕੇ ਉੱਥੋਂ ਭੇਜੇ ਤੇ ਉੱਥੇ ਵਸਦੇ ਵੀ ਦੁਆਵਾਂ ਦਿੰਦੇ ਰਹਿਣ। ਜ਼ਰਾ ਕਮਾਲ ਦੇਖੋ ਕਿ ਇਹ ਤਾਜ ਮਹਿਲ ਦੇ ਵਿੱਚ ਕਦੇ ਵਾਪਰ ਸਕਿਆ। ਜਿਸ ਤਰੀਕੇ ਦੀਆਂ ਇਮੋਸ਼ਨਸ, ਜਿਸ ਤਰੀਕੇ ਦਾ ਲਗਾਓ ਉੱਥੇ ਜਾ ਕੇ ਹੁੰਦਾ ਜੇ, ਮੈਂ ਤਾਂ ਬਤੌਰ ਡਾਕਟਰ ਜ਼ਰੂਰ ਦੇਖ ਚੁੱਕੀ ਹਾਂ, ਪਰ ਚਾਹਾਂਗੀ ਕਿ ਕਦੇ ਜ਼ਿੰਦਗੀ ਦੇ 3 ਘੰਟੇ ਉੱਥੇ ਜ਼ਰੂਰ ਬਿਤਾ ਕੇ ਆਓ ਤੇ ਦੇਖੋ ਉਹਨਾਂ ਦੇ ਚਿਹਰਿਆਂ ਤੇ ਮੁਸਕਾਨ ਭਰ ਕੇ। ਫਿਰ ਸਮਝ ਆਏਗੀ ਕਿ ਜਦੋਂ ਅਸੀਂ ਬਹੁਤ ਮਹਿੰਗੀਆਂ ਸੌਗਾਤਾਂ ਲੈਂਦੇ ਹਾਂ, ਇਹ ਇੱਥੇ ਹੀ ਰਹਿ ਜਾਣੀਆਂ ਹੁੰਦੀਆਂ ਨੇ।
ਪਰ ਪਿਆਰ ਦੀਆਂ ਨਿਸ਼ਾਨੀਆਂ ਅਜਿਹੀਆਂ ਜੇ ਘੜ ਜਾਈਏ ਜੋ ਦੂਜਿਆਂ ਨੂੰ ਜ਼ਿੰਦਗੀ ਦਿੰਦੀਆਂ ਹੋਣ, ਯਕੀਨਨ ਇਹੋ ਢੰਗ ਜੇ ਪਿਆਰ ਕਰਨ ਦਾ ਜੋ ਕਿ ਅਸੀਂ ਸਿਰਫ ਖੋਹ ਕੇ ਲੈਣ ਦਾ ਉਹਨੂੰ ਢੰਗ ਬਣਾ ਛੱਡਿਆ ਕਿ ਜੇ ਕਿਸੇ ਨੂੰ ਪਿਆਰ ਕਰਦੇ ਆ, ਸਾਨੂੰ ਹਾਸਲ ਨਹੀਂ ਹੁੰਦਾ ਤਾਂ ਉਹਨੂੰ ਤੇਜ਼ਾਬ ਸੁੱਟ ਦਿਓ, ਮਾਰ ਦਿਓ, ਗੋਲੀਆਂ ਨਾਲ ਭੁੰਨ ਦਿਓ ਜਾਂ ਜਬਰੀ ਚੁੱਕ ਕੇ ਲਿਆਓ, ਬਲਾਤਕਾਰ ਕਰ ਦਿਓ। ਇਹ ਢੰਗ ਨਹੀਂ ਜੇ ਹੁੰਦਾ, ਇਹ ਪਿਆਰ ਨਹੀਂ ਜੇ, ਇਹ ਲਾਲਸਾ ਹੈ। ਇਸ ਤਰੀਕੇ ਦੀ ਹਵਸ ਜੋ ਕਹਿ ਸਕਦੇ ਆ ਇਹਨੂੰ, ਉਹ ਕਿਤੇ ਵੀ ਕਦੇ ਵੀ ਸਾਰਥਕ ਅੰਤ ਤੇ ਨਹੀਂ ਜਾਂਦਾ। ਉਹ ਸਿਰਫ ਗੁੱਸਾ ਤੇ ਦੁਸ਼ਮਣੀ ਪੈਦਾ ਕਰਦਾ ਹੈ। ਪਰ ਪਿਆਰ ਤੇ ਹੁੰਦਾ ਜੇ ਆਪਾਂ ਵਾਰਨ ਦੇ ਨਾਲ ਜੁੜਿਆ। ਕਦੇ ਮਾਂ ਨੂੰ ਦੇਖਿਓ ਬੱਚੇ ਲਈ ਕਿਵੇਂ ਨਿਛਾਵਰ ਹੁੰਦਾ ਹੈ। ਨਵਦੀਪ ਜੀ, ਤੁਸੀਂ ਵੀ ਕਰੋਂਦਾ ਬਾਲ ਜਦੋਂ ਆਪਣਾ ਹੀ ਚੁੱਕਦੇ ਹੋ, ਮੈਨੂੰ ਪਤਾ ਹੈ ਕਿ ਕੁਝ ਉਸ ਤੋਂ ਵਾਪਸ ਨਹੀਂ ਮੰਗਣਾ ਹੁੰਦਾ। ਇੱਕ ਤਰਫਾ ਜਿਹੜਾ ਹੁਲਾਰਾ, ਜਿਹੜਾ ਪਿਆਰ ਕਿਵੇਂ ਤੁਹਾਡੀ ਛਾਤੀ 'ਚ ਠੰਡ ਪਾ ਦਿੰਦਾ ਹੈ, ਤੇ ਉਹੀ ਲਗਾ ਉਸ ਬੱਚੇ ਦਾ ਉਮਰ ਭਰ ਤੁਹਾਡੇ ਨਾਲ ਸਿਰਫ ਇਸੇ ਲਈ ਬਣਿਆ ਰਹਿੰਦਾ ਹੈ। ਇਹਨੇ ਕੁਝ ਮੰਗਿਆ ਤਾਂ ਵਾਪਸ ਹੈ ਹੀ ਨਹੀਂ ਸੀ, ਸਹੀ ਦਿੱਤਾ ਹੈ। ਤੇ ਉਹ ਕਰਜ਼ ਹੁੰਦਾ ਜੇ ਸਾਡੇ ਸਿਰਾਂ ਤੇ ਕਿ ਉਹੀ ਪਿਆਰ ਜੋ ਮਾਂ ਤੇ ਜੋ ਪਿਓ ਤੋਂ ਮਿਲਿਆ, ਅੱਗੇ ਅਸੀਂ ਆਪਣੇ ਬੱਚਿਆਂ ਤੱਕ ਪਹੁੰਚਾਉਣਾ ਹੁੰਦਾ ਹੈ। ਪਤਾ ਨਹੀਂ ਕਿਉਂ ਫਿਰ ਵੀ ਕੁਝ ਲੋਕ ਬਹੁਤ ਮਾਰ ਕੁਟਾਈ ਵੱਲ ਤੁਰ ਜਾਂਦੇ ਨੇ, ਕੁਝ ਕਤਲਾਂ ਤੱਕ ਚਲੇ ਜਾਂਦੇ ਨੇ। ਪਰ ਜ਼ਿੰਦਗੀ ਤਾਂ ਇੱਕੋ ਹੀ ਹੈ, ਇਹ ਸਾਡੇ ਹੱਥ ਹੈ। ਇਸ ਨੂੰ ਕਿੰਨੀ ਕੁ ਖੂਬਸੂਰਤੀ ਨਾਲ ਜੀਣਾ ਜਾਂ ਕਿੰਨੀ ਕੁ ਬੇਹੂਦਗੀ ਨਾਲ ਜੀਣਾ। ਬਹੁਤ ਧੰਨਵਾਦ। ਜੀ 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 ਮੈਮ, ਤਾਂ ਵਾਕਿਆ ਹੀ ਤੁਸੀਂ ਬਹੁਤ ਵੱਡੀ ਜਿਹੜੀ ਮਿਸਾਲ ਦਿੱਤੀ ਹੈ ਕਿ ਮਿਸਾਲਾਂ ਹੋਰ ਵੀ ਬਹੁਤ ਮਿਲਦੀਆਂ ਨੇ, ਪਰ ਐਸੀ ਮਿਸਾਲ ਤਾਂ ਮਿਲਣਾ ਕਿ ਕਿਸ ਤਰੀਕੇ ਦੇ ਨਾਲ ਉਸ ਇਨਸਾਨ ਨੇ ਇੰਨਾ ਦੁੱਖ ਝੱਲਿਆ ਕਿ ਜਿਸ ਨੂੰ ਉਹ ਕਦੇ ਖੋਣਾ ਨਹੀਂ ਸੀ ਚਾਹੁੰਦਾ, ਜੋ ਮੁਸੀਬਤ ਦੇ ਵਿੱਚ ਉਹਨਾਂ ਦੇ ਹਰ ਸਾਹ ਆਪਾਂ ਕਹਿੰਦੇ ਕਿ ਅੰਗ ਸੰਗ ਨਾਲ ਸੀ, ਤਾਂ ਉਹਨਾਂ ਦਾ ਇਸ ਤਰੀਕੇ ਦੇ ਨਾਲ ਮੌਤ ਹੋ ਜਾਣੀ। ਤਾਂ ਬਾਕੀਆਂ ਦੀ ਜਿਹੜੀ ਮੁਹੱਬਤ ਹੈ ਉਹ ਇਸੇ ਤਰੀਕੇ ਨਾਲ ਬਣੀ ਰਹੇ, ਕੋਈ ਕਿਸੇ ਤੋਂ ਜੁਦਾ ਨਾ ਹੋਵੇ। ਸ਼ਾਇਦ ਉਸੇ ਚੀਜ਼ ਨੂੰ ਸਿਰ ਮੱਥੇ ਰੱਖਦੇ ਹੋਏ ਉਹਨਾਂ ਨੇ ਉਹ ਹਸਪੀਟਲ ਬਣਾਇਆ। ਤਾਂ ਸਭ ਨੂੰ ਕਹਾਂਗੇ ਕਿ ਜੇਕਰ ਕੋਈ ਇਸ ਬਿਮਾਰੀ ਨਾਲ ਪੀੜਿਤ ਹੈ ਤਾਂ ਇੱਕ ਵਾਰੀ ਉੱਥੇ ਜ਼ਰੂਰ ਜਾਓ, ਕਿਉਂਕਿ ਇਹ ਇੱਕ ਅਜਿਹੀ ਨਾਮੁਰਾਦ ਬਿਮਾਰੀ ਹੈ ਜੋ ਘਰ ਵੀ ਲੈ ਜਾਂਦੀ ਹੈ ਸਾਰਾ, ਤੇ ਬੰਦਾ ਵੀ ਜਿਹੜਾ ਉਹ ਨਹੀਂ ਬਚ ਕੇ ਆਉਂਦਾ। ਤੇ ਮੈਂ ਅਕਸਰ ਤੁਹਾਨੂੰ ਕਹਿੰਦੀ ਹੁੰਦੀ ਹਾਂ ਕਿ ਸਾਰੇ ਜਾਣੇ ਜਦੋਂ ਵੀ ਕੋਈ ਗੱਲ ਹੁੰਦੀ ਹੈ, ਕਿਸੇ ਬਿਮਾਰੀ ਦਾ ਇਲਾਜ ਪੁੱਛਣਾ ਹੁੰਦਾ, ਕੁਝ ਲੱਭਣਾ ਹੁੰਦਾ, ਤਾਂ ਡਾਕਟਰ ਹਰਸ਼ਿੰਦਰ ਕੌਰ ਦੇ ਨਾਲ ਉਹ ਸਾਰੇ ਜ਼ਰੂਰ ਰਾਬਤਾ ਕਾਇਮ ਕਰਦੇ ਨੇ, ਕਿਉਂਕਿ ਮੈਮ ਸਭ ਨੂੰ ਤੁਹਾਡੇ ਤੇ ਇੱਕ ਵਿਸ਼ਵਾਸ ਹੈ। ਉਹਨਾਂ ਨੂੰ ਲੱਗਦਾ ਕਿ ਇਹ ਸਹੀ ਸਲਾਹ ਦੇਣਗੇ। ਤਾਂ ਮੈਨੂੰ ਲੱਗਦਾ ਇਸ ਕਹਾਣੀ ਤੋਂ ਵੀ ਸਾਰਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਤਾਂ ਸਾਰੇ ਜਾਣੇ ਇਸ ਹਸਪਤਾਲ ਵਾਲੇ ਵੀ ਜ਼ਰੂਰ ਜਿਹੜਾ ਸਰਚ ਕਰਨਗੇ। ਤੇ ਬਾਕੀਆਂ ਨੂੰ ਵੀ ਬੇਨਤੀ ਕਰਦੇ ਆ ਕਿ ਜੇਕਰ ਤੁਸੀਂ ਕਿਤੇ ਵੀ ਕੋਈ ਦਸਵੰਧ ਕੱਢਦੇ ਹੋ ਤਾਂ ਜਿਹੜੇ ਅਜਿਹੇ ਟਰਸਟ ਬਣੇ ਹੋਏ ਨੇ ਉਹਨਾਂ ਦੇ ਲਈ ਵੀ ਦਸਵੰਧ ਹੈ ਜਿਹੜੇ ਉਹ ਕੱਢਣੇ ਜ਼ਰੂਰੀ ਨੇ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇਹ ਬਿਮਾਰੀ ਇੰਨੀ ਘਾਤਕ ਰੂਪ ਧਾਰਨ ਕਰ ਚੁੱਕੀ ਹੈ ਕਿ ਹਰ ਇੱਕ ਚੀਜ਼ ਹੈ ਜਿਹੜੀ ਉਹ ਦੂਸ਼ਿਤ ਹੋ ਰਹੀ ਹੈ। ਤਾਂ ਲੋਕ ਲਗਾਤਾਰ ਕੈਂਸਰ ਦੇ ਮੂੰਹ ਦੇ ਵਿੱਚ ਜਾ ਰਹੇ ਨੇ। ਤਾਂ ਸਾਡੀ ਤਰਾਸਦੀ ਤਾਂ ਇਹ ਹੈ ਕਿ ਪੰਜਾਬ ਦੇ ਵਿੱਚੋਂ ਤਾਂ ਕੈਂਸਰ ਵਾਲੀ ਜਿਹੜੀ ਟ੍ਰੇਨ ਹੈ, ਅਕਸਰ ਮੈਮ ਵੀ ਕਈ ਸ਼ੋਜ਼ ਦੇ ਵਿੱਚ ਕਹਿੰਦੇ ਨੇ ਕਿ ਇੱਥੋਂ ਤਾਂ ਕੈਂਸਰ ਵਾਲੀ ਟ੍ਰੇਨ ਵੀ ਹੈ ਜਿਹੜੀ ਉਹ ਵੀ ਜਾਣੀ ਸ਼ੁਰੂ ਹੋ ਗਈ ਹੈ। ਤਾਂ ਹਾਲਾਤ ਸਾਡੇ ਨੇ ਜਿਹੜੇ ਬਦ ਤੋਂ ਬੱਤਰ ਹੋ ਗਏ ਨੇ। ਤੇ ਹੁਣ ਆਪਾਂ ਵਧਾਂਗੇ ਅੱਜ ਦੇ ਟੌਪਿਕ ਵੱਲ ਕਿ ਮੈਮ ਪਿਛਲੇ 3 ਦਿਨਾਂ ਤੋਂ ਜਿਹੜਾ ਹੈਗਾ ਬਹੁਤ ਜ਼ਿਆਦਾ ਜਿਹੜੀ ਲੋਕਾਂ ਦੇ ਵਿੱਚ ਕਈਆਂ ਦੇ ਵਿੱਚ ਆਪਾਂ ਕਹਿ ਲਈਏ ਗੁੱਸਾ, ਤੇ ਕਈਆਂ ਦੇ ਵਿੱਚ ਦਿਲ ਦੇ ਵਿੱਚ ਬੜਾ ਦਰਦ ਹੈ। ਦਰਦ ਨੂੰ ਲੈ ਕੇ ਹੀ ਗੁੱਸਾ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਨਿਊਯਾਰਕ ਦੇ ਰਿਚਮੰਡ ਹਿੱਲ ਏਰੀਏ ਦੇ ਵਿੱਚ ਮਨਦੀਪ ਕੌਰ ਨਾਮ ਦੀ ਲੜਕੀ ਨੇ ਖੁਦਕੁਸ਼ੀ ਕੀਤੀ, ਆਪਣੀਆਂ 2 ਮਾਸੂਮ ਧੀਆਂ ਪਿੱਛੇ ਛੱਡ ਗਈ। ਕਿਸ ਤਰੀਕੇ ਦੀਆਂ ਉਹਨਾਂ ਦੀਆਂ ਰੋਂਦਿਆਂ ਦੀਆਂ ਵੀਡੀਓਜ਼ ਨੇ ਜਿਹੜੀਆਂ ਵਾਇਰਲ ਹੋ ਰਹੀਆਂ ਨੇ। ਤਾਂ ਉੱਥੋਂ ਦੀ ਜਿਹੜੀ ਪੰਜਾਬੀ ਕਮਿਊਨਿਟੀ ਹੈ ਉਹਨਾਂ ਵੱਲੋਂ ਵੀ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਸਾਰੇ ਬੜੇ ਅਗਰੈਸਿਵ ਨਜ਼ਰ ਆ ਰਹੇ ਨੇ। ਸਭ ਨੂੰ ਮਤਲਬ ਕਿ ਧੀਆਂ ਪੁੱਤਾਂ ਦੇ ਨਾਲ ਸਭ ਦਾ ਪਿਆਰ ਇੰਨਾ ਕਿ ਜਦੋਂ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਸਭ ਦੇ ਆਪਣੇ ਰੌਂਗਟੇ ਖੜੇ ਹੋ ਜਾਂਦੇ ਨੇ, ਕਿਉਂਕਿ ਕਈਆਂ ਧੀਆਂ ਦੇ ਨਾਲ ਅਜਿਹਾ ਅੱਜ ਵੀ ਹੋ ਰਿਹਾ ਹੈ ਤੇ ਕਈਆਂ ਦੇ ਇਹ ਲੱਗਦਾ ਵੀ ਸਾਡੀਆਂ ਧੀਆਂ ਦੇ ਨਾਲ ਅਜਿਹਾ ਨਾ ਹੋ ਜਾਵੇ। ਇਸ ਲਈ ਸਾਰੇ ਕਮਿਊਨਿਟੀ ਦੇ ਵਿੱਚ ਬੜਾ ਦਰਦ ਵੀ ਹੈ ਤੇ ਸਾਰੀ ਕਮਿਊਨਿਟੀ ਦੇ ਵਿੱਚ ਬੜਾ ਰੋਸ ਵੀ ਹੈ। ਲੋਕ ਲਗਾਤਾਰ ਇਹ ਮੰਗ ਕਰ ਰਹੇ ਨੇ ਕਿ ਉਸ ਇਨਸਾਨ ਨੂੰ ਜਿਸ ਕਰਕੇ ਮਨਦੀਪ ਕੌਰ ਖੁਦਕੁਸ਼ੀ ਤੱਕ ਕਰਕੇ ਇਸ ਦੁਨੀਆ ਦੇ ਵਿੱਚ ਅੱਜ ਉਹ ਨਹੀਂ ਰਹੀ, ਕਿ ਉਸ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਉਹ ਹੋਣੀ ਚਾਹੀਦੀ ਹੈ। ਤਾਂ ਮੈਮ ਇਸ ਗੱਲ ਬਾਰੇ ਪਹਿਲਾਂ ਤੁਸੀਂ ਕੀ ਕਹਿਣਾ ਚਾਹੋਗੇ? ਵਾਕਈ ਬਹੁਤ ਅਫਸੋਸਨਾਕ ਇਹ ਘਟਨਾ ਵਾਪਰੀ ਹੈ। ਦਿਲ ਨੂੰ ਬਲੂੰਦਰਿਆ ਜਾਂਦਾ ਜਦੋਂ ਇਹੋ ਜਿਹੀ ਖਬਰ ਮਿਲਦੀ ਹੈ। ਮੈਂ ਜਿਵੇਂ ਮੇਰੇ 'ਚ ਇੰਨੀ ਹਿੰਮਤ ਵੀ ਨਹੀਂ ਸੀ ਕਿ ਮੈਂ ਪੂਰੀ ਜੋ ਵੀਡੀਓ ਉਹਨਾਂ ਦੀ ਉਹਨਾਂ ਨੇ ਪਾਈ ਸੀ ਕਿ ਮੈਂ ਪੂਰੀ ਵੇਖ ਵੀ ਸਕਦੀ। ਯਾਨੀ ਇੰਨਾ ਧੂ ਪੈਂਦਾ ਸੀ ਕਿ ਇਸ ਤਰੀਕੇ ਦਾ ਜ਼ੁਲਮ
ਤੌਬਾ। ਪਰ ਜਿਸ ਤਰੀਕੇ ਦੇ ਸਾਡੇ ਕੋਲ ਕੇਸ ਆਉਂਦੇ ਨੇ, ਤੁਸੀਂ ਸੱਚ ਜਾਣਿਓ, ਕਈ ਤਾਂ ਅੰਦਾਜ਼ਾ ਹੀ ਨਹੀਂ ਹੁੰਦਾ ਕਿ ਹੱਡ ਮਾਸ ਦੀ ਹੋਈ ਬਣੀ ਹੈ, ਇੰਨਾ ਜ਼ੁਲਮ ਕੋਈ ਕਿਵੇਂ ਸਹਿ ਸਕਦਾ ਹੈ। ਤੇ ਗਲੇ ਦੁਆਲੇ ਵੀ ਕਈ ਵਾਰ ਜਿਵੇਂ ਫਾਂਸੀ ਦੇਣੀ ਹੁੰਦੀ, ਜੇ ਇਸ ਤਰ੍ਹਾਂ ਟੰਗਣ ਨਾਲ, ਪੱਖੇ ਦੇ ਟੰਗਣ ਨਾਲ ਨਿਸ਼ਾਨ ਹੁੰਦੇ ਨੇ, ਗਰਮ ਪ੍ਰੈਸ ਲਾਈ ਹੁੰਦੀ ਜੇ ਉਹਨਾਂ ਦੇ ਪਿੱਠ ਦੇ ਉੱਤੇ, ਲਾਸਾਂ ਹੁੰਦੀਆਂ ਜੇ। ਤੇ ਬਹੁਤੀ ਵਾਰ ਜੋ ਇਹ ਹਸਪੀਟਲ ਵਿੱਚ ਪਹੁੰਚਦੀਆਂ ਨੇ, ਕਾਰਨ ਬਹੁਤੀ ਵਾਰ ਇਹੋ ਹੁੰਦਾ ਜੇ ਕਿ ਇਹਨਾਂ ਨੇ ਧੀ ਜੰਮੀ। ਹੂੰ ਮੈਂ ਸਿਰਫ ਸੀਮਤ ਥਾਂ ਦੀ ਹੁਣ ਗੱਲ ਕੀਤੀ ਜੋ ਸਾਡੇ ਹਸਪੀਟਲ ਹੈ ਜਾਂ ਮੇਰੇ ਨਜ਼ਰੀ ਜਿੰਨੇ ਕੁ ਪਏ। ਵਿਸ਼ਵ ਪੱਧਰ ਤੇ ਅੰਕੜੇ ਇਸ ਵੇਲੇ ਇੱਕ ਤਰਫਾ ਨਹੀਂ ਹਨ। ਵਿਕਸਿਤ ਮੁਲਕਾਂ ਵਿੱਚ, ਡਿਵੈਲਪਡ ਕੰਟਰੀਜ਼ ਵਿੱਚ, ਇਹ ਫਿਗਰਸ ਜੋ ਇਹ WHO ਨੇ ਦੱਸੇ ਨੇ, ਉਹਨਾਂ ਦੇ ਮੁਤਾਬਕ ਹਰ ਚੌਥੀ ਔਰਤ ਤੇ ਹਰ 7ਵਾਂ ਮਰਦ, ਇਹ ਅੰਕੜੇ ਉਹਨਾਂ ਨੇ ਦਿੱਤੇ ਨੇ ਅਮਰੀਕਨ ਜੋ CDC ਵਾਲਿਆਂ ਦੇ, ਕਿ ਉਹਨਾਂ ਦੇ ਰਿਪੋਰਟ ਹੋਏ ਨੇ ਕਿ ਇੰਨੇ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੋ ਰਹੇ। ਜੀ ਤੇ ਭਾਰਤ ਦੇ ਵਿੱਚ ਝਾਤ ਮਾਰੀਏ ਤਾਂ ਇੱਥੇ ਬਹੁਤ ਹੋਰ ਕਿਸਮ ਦੀ ਕੁਝ ਰਿਜ਼ਲਟਸ ਨੇ, ਜਿੱਥੇ 68 ਤੋਂ 70% ਇਸ ਵੇਲੇ ਔਰਤਾਂ ਨੇ ਜੋ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀਆਂ। ਫਿਰ ਉਹਦੇ ਵਿੱਚ ਇਹ ਗਿਣਤੀ ਮਰਦਾਂ ਦੀ ਜੋ ਕਿ ਪਹਿਲਾਂ 2% ਸੀ, ਜੀ ਵੱਧ ਕੇ 5% ਹੋ ਚੁੱਕੀ ਹੈ। ਯਾਨੀ ਬਣਦੇ ਆ, ਕਿਉਂਕਿ ਡੋਮੈਸਟਿਕ ਵਾਇਲੈਂਸ ਸਿਰਫ ਇੱਕ ਮਾਰ ਕੁਟਾਈ ਨਾਲ ਸੀਮਤ ਨਹੀਂ, ਭੱਦੀ ਸ਼ਬਦਾਵਲੀ ਵਰਤੀ ਹੋਣੀ, ਜਾਂ ਮਾਂ ਪਿਓ ਨੂੰ ਕੁਛ ਮਾੜਾ ਕਿਹਾ ਹੋਣਾ, ਜਾਂ ਉਹਦੇ ਸਰੀਰਕ ਪੱਖੋਂ ਉਹਨੂੰ ਗਲਤ ਸ਼ਬਦਾਵਲੀ ਬੋਲ ਕੇ ਜਾਂ ਮਾਨਸਿਕ ਪੀੜਾ ਦੇਣੀ, ਉਹਨੂੰ ਵੀ ਡੋਮੈਸਟਿਕ ਵਾਇਲੈਂਸ ਹੀ ਗਿਣਿਆ ਜਾਂਦਾ। ਜੀ ਸੋ ਇਹ ਜਿਹੜਾ ਚੱਕਰ ਵਿਊ ਸ਼ੁਰੂ ਹੋਇਆ ਕਿ ਦੋਨੋਂ ਪਾਸਿਓਂ ਇਹ ਵਧੀ ਜਾਣਾ, ਜਿਹਦੇ ਵਿੱਚ ਕਿ ਕੋਵਿਡ ਦੇ ਦੌਰਾਨ ਜੋ ਕਿ ਬਹੁਤੀਆਂ ਔਰਤਾਂ ਡਿਪੈਂਡੈਂਟ ਹੋ ਗਈਆਂ ਸੀ, ਨੌਕਰੀਆਂ ਚਲੀਆਂ ਗਈਆਂ ਸੀ, ਘਰਾਂ ਦੇ ਅੰਦਰ ਤਾੜੀਆਂ ਵੀ ਗਈਆਂ ਸਨ। ਸੋ ਅੰਤਰਰਾਸ਼ਟਰੀ ਅੰਕੜੇ ਦੱਸਦੇ ਨੇ, ਈਵਨ ਸਾਡੇ ਕੋਲ ਵੀ ਜਦੋਂ ਇੱਥੇ ਭਾਰਤ ਵਿੱਚ ਵੀ ਡਾਕਟਰਾਂ ਦੇ ਅੰਕੜੇ ਜੋ ਰਿਪੋਰਟ ਹੋਈਆਂ ਕੇਸਿਸ ਦੇ ਵਿੱਚ, ਇਹਨਾਂ ਵਿੱਚ ਜਿਹੜਾ ਵਾਧਾ ਸੀ ਉਹ ਤੁਸੀਂ ਹੈਰਾਨ ਹੋਵੋਗੇ ਕਿ 40 ਤੋਂ 60% ਇਨਕਰੀਜ਼ ਹੋਈ ਸੀ ਇਹ ਡੋਮੈਸਟਿਕ ਵਾਇਲੈਂਸ, ਯਾਨੀ ਔਰਤਾਂ ਉੱਤੇ ਹੁੰਦੀ ਵਾਇਲੈਂਸ ਵਧੀ ਬਹੁਤ ਜ਼ਿਆਦਾ ਸੀ ਬਨਸਬਤ ਕੇ ਮਰਦਾਂ ਉੱਤੇ। ਹੂੰ ਸੋ ਇਹ ਟਾਰਚਰ ਜੋ ਕਿ ਫਿਜ਼ੀਕਲ ਤੇ ਮੈਂਟਲ ਟਾਰਚਰ ਹੋਇਆ ਸੀ ਡਿਪੈਂਡੈਂਸੀ ਕਾਰਨ ਤੇ ਤੜੇ ਰਹਿਣ ਕਾਰਨ, ਤੇ ਘਰ ਵਿੱਚ ਸ਼ਰਾਬਾਂ ਜਿਵੇਂ ਪੀਵੀ ਜਾਣੀਆਂ, ਤੇ ਫਿਰ ਕੋਈ ਹੋਰ ਕੰਮ ਕਾਰ ਨਾ ਹੋਣਾ, ਪੈਸੇ ਨਾ ਹੋਣੇ। ਸੋ ਜਿਸ ਤਰੀਕੇ ਦਾ ਡਿਪਰੈਸਿੰਗ ਮਾਹੌਲ ਸੀ ਕਿ ਪਤਾ ਨਹੀਂ ਬਚਣਾ ਵੀ ਹੈ ਕਿ ਨਹੀਂ, ਸੋ ਉਹ ਬਹੁਤਾ ਉਹਦਾ ਜਿਹੜਾ ਅਸਰ ਪਿਆ ਉਹ ਔਰਤਾਂ ਉੱਤੇ ਪਿਆ, ਕਿਉਂਕਿ ਘਰਾਂ ਵਿੱਚ ਤਾੜੀਆਂ ਪਈਆਂ ਸੀ। ਇਸੇ ਕਰਕੇ ਡੋਮੈਸਟਿਕ ਵਾਇਲੈਂਸ ਦਾ ਰੇਟ ਉਦੋਂ ਔਰਤਾਂ ਵਿੱਚ ਵੱਧ ਲੱਭਿਆ। ਜੀ ਇਹਦੇ ਵਿੱਚ 4-5 ਪਹਿਲੂ ਨੇ ਜਿਹੜੇ ਜ਼ਰੂਰ ਗੱਲ ਕਰੀਏ। ਪਹਿਲੀ ਚੀਜ਼ ਕਿ ਬਹੁਤ ਸਾਰੇ ਟਰੱਕ ਡਰਾਈਵਰਸ, ਜਿਵੇਂ ਕੁਝ ਗੱਲਾਂ ਮਨਦੀਪ ਨੇ ਕੀਤੀਆਂ, ਇਹ ਚੀਜ਼ਾਂ ਨੋਨ ਨੇ, ਵੈਲ ਨੋਨ, ਜੋ ਕਿ ਅਸੀਂ ਡਾਕਟਰਾਂ ਨੇ ਬਹੁਤ ਸਾਰੇ ਇਹੋ ਜਿਹੇ ਕੇਸ ਦੇਖੇ ਹੁੰਦੇ ਨੇ। ਬਕਾਇਦਾ ਇਹਨਾਂ ਦੇ ਨਾਮ ਦੇ ਸਿੰਡਰੋਮਸ ਬਣੇ ਹੋਏ ਨੇ ਕਿ ਹਾਂ ਇਹ ਕਈ ਸਦੀਆਂ ਤੋਂ ਇਹੋ ਜਿਹੀਆਂ ਚੀਜ਼ਾਂ ਦੇਖੀਆਂ ਗਈਆਂ ਨੇ। 18ਵੀਂ ਸਦੀ ਵੀ, 17ਵੀਂ ਸਦੀ ਵਿੱਚ ਵੀ ਇਹਦਾ ਜ਼ਿਕਰ ਹੈ। ਇਹ ਸ਼ਰਾਬ ਪੀਣ ਦੇ ਨਾਲ ਜਿਹੜੇ ਬਹੁਤੇ, ਇਹ ਸਿਰਫ ਤੇ ਸਿਰਫ ਮਰਦਾਂ 'ਚ ਵੇਖੀ ਗਈ ਹੈ ਕਿ ਸ਼ਰਾਬ ਪੀਂਦੇ ਰਹਿਣ ਨਾਲ ਉਹਨਾਂ ਨੂੰ ਇੱਕ ਸਿੰਡਰੋਮ ਹੋ ਜਾਂਦਾ, ਓਥੈਲੋ ਸਿੰਡਰੋਮ। ਉਹਦੇ ਵਿੱਚ ਕੀ ਹੁੰਦਾ ਜੇ ਕਿ ਉਹਨਾਂ ਨੇ, ਜਿਵੇਂ ਟਰੱਕ ਡਰਾਈਵਰ ਸਨ, ਬਾਹਰ ਗਏ, ਜੇ ਉੱਥੇ ਉਹਨਾਂ ਨੂੰ ਮਤਲਬ ਆਪਣਾ, ਕਿਉਂਕਿ ਉਸ ਸਮੇਂ ਮਰਦਾਨਾ ਕਮਜ਼ੋਰੀ ਹੋ ਜਾਂਦੀ ਐਕਸੈਸਿਵ ਸ਼ਰਾਬ ਪੀਣ ਨਾਲ, ਸੋ ਸਹੇਲੀਆਂ ਬਹੁਤ ਸਾਰੀਆਂ ਰੱਖ ਲੈਣਗੇ ਦਿਖਾਉਣ ਨੂੰ ਕਿ ਮੈਂ, ਜਾਂ ਯਾਨੀ ਮਿਲਣਾ ਗਿਲਣਾ, ਸਰੀਰਕ ਸੰਬੰਧ ਬਣਨ ਜਾਂ ਨਾ, ਪਰ ਉਹ ਰੱਖਣੇ, ਉਹਨਾਂ ਨੂੰ ਸੌਗਾਤਾਂ ਭੇਜਣੀਆਂ, ਇੱਕ ਤਰੀਕੇ ਆਪਣਾ ਉਹ ਪੱਖ ਪੂਰਨ ਲਈ। ਪਰ ਉਹਦੇ ਪਾਸੇ ਦੂਜਾ ਪੱਖ ਇਹ ਹੁੰਦਾ ਉਹਨਾਂ ਨੂੰ ਕਿ ਇਹ ਸ਼ੱਕ ਦੀ, ਇਹਨੂੰ ਨਾਮ ਹੀ ਸ਼ੱਕ ਦੀ ਬਿਮਾਰੀ ਹੈ। ਉਹਦੇ ਵਿੱਚ ਹੁੰਦਾ ਜੇ ਕਿ ਉਹਨਾਂ ਨੂੰ ਲੱਗਦਾ ਕਿਉਂਕਿ ਮੈਂ ਸਰੀਰਕ ਸੰਬੰਧ ਨਹੀਂ ਬਣਾ ਸਕ ਰਿਹਾ, ਤੇ ਜੇ ਪਿੱਛੇ ਮੇਰੀ ਔਰਤ ਘਰ ਬੈਠੀ ਹੈ ਤਾਂ ਹਰ ਹਾਲ ਉਹਨੇ ਕਿਸੇ ਨਾ ਕਿਸੇ ਨਾਲ ਇਹ ਆਪਣੀਆਂ ਤਾਂਘਾਂ ਪੂਰੀਆਂ ਕਰਨ ਲਈ, ਸਰੀਰਕ ਲੋੜਾਂ ਪੂਰੀਆਂ ਕਰਨ ਲਈ ਕਿਸੇ ਨਾ ਕਿਸੇ ਨਾਲ ਸੰਬੰਧ ਜ਼ਰੂਰ ਬਣਾਏ ਨੇ। ਇਹ ਵਹਿਮ ਦੀ ਬਿਮਾਰੀ, ਸ਼ੱਕ ਦੀ ਬਿਮਾਰੀ ਇਸ ਹੱਦ ਤੱਕ ਜਾ ਚੁੱਕੀ ਹੈ ਕਿ ਹੁਣ ਤੱਕ ਕਈ ਹਜ਼ਾਰਾਂ ਕਤਲ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਇਹੀ ਚੀਜ਼ ਲੱਭੀ ਸੀ। 2000 ਕਤਲ ਔਰਤਾਂ ਦੇ ਸ਼ੱਕ ਦੀ ਬਿਨਾਂ ਤੇ ਪਤੀ ਨੇ ਕਰ ਦਿੱਤੇ, ਜਿਨ੍ਹਾਂ ਦੇ ਬਾਅਦ ਵਿੱਚ ਮੈਡੀਕਲ ਚੈੱਕਅਪ ਤੇ ਪਤਾ ਲੱਗਿਆ ਇਹ ਓਥੈਲੋ ਸਿੰਡਰੋਮ ਨਾਲ ਪੀੜਤ ਸਨ। ਕੁਝ ਇਹੋ ਜਿਹਾ ਹਾਲ ਵੀ ਹੋ ਸਕਦਾ ਇਹਦੇ ਵਿੱਚ
ਜਿੱਥੇ ਅਜਿਹਾ ਸ਼ੱਕ ਹੋਵੇ ਕਿ ਇਹ ਸ਼ਾਇਦ ਕਿਸੇ ਹੋਰ ਨਾਲ ਸੰਬੰਧ ਬਣਾ ਰਹੀ ਹੈ ਤੇ ਮੈਂ ਨਪੁੰਸਕ ਹਾਂ ਜਾਂ ਮੈਂ ਨਹੀਂ ਕਰ ਸਕ ਰਿਹਾ, ਸੋ ਉਹ ਵੀ ਇੱਕ ਕਾਰਨ ਬੜਾ ਅਹਿਮ ਹੈ। ਦੂਜੀ ਗੱਲ ਹੁੰਦੀ ਜਿਹੜੇ ਬਹੁਤ ਸਾਰੇ ਪਤੀ ਇਹੋ ਜਿਹੀ ਡੋਮੈਸਟਿਕ ਵਾਇਲੈਂਸ ਵੱਲ ਜਾਂਦੇ ਨੇ, ਉਹਨਾਂ 'ਚੋਂ ਵੱਡੀ ਗਿਣਤੀ ਉਹ ਵੀ ਹੁੰਦੇ ਨੇ ਜਿਹੜੇ ਆਪ ਡੋਮੈਸਟਿਕ ਵਾਇਲੈਂਸ ਦਾ ਕਈ ਵਾਰ ਸ਼ਿਕਾਰ ਹੋਏ ਹੁੰਦੇ ਨੇ। ਜੀ। ਯਾਨੀ ਬਚਪਨ ਵਿੱਚ ਜਾਂ ਤਾਂ ਬਹੁਤ ਮਾਰ ਕੁਟਾਈ ਉਹਨਾਂ ਦੀ ਆਪਣੀ ਹੋਈ ਹੁੰਦੀ ਹੈ ਪਿਤਾ ਵੱਲੋਂ, ਜੀ। ਜਾਂ ਫਿਰ ਕਈ ਵਾਰ ਇਹਨਾਂ ਦੇ ਸਾਹਮਣੇ ਪਿਤਾ ਨੇ ਉਹਨਾਂ ਦੀ ਮਾਂ ਨੂੰ ਕਾਫੀ ਮਾਰਿਆ ਕੁੱਟਿਆ ਹੁੰਦਾ, ਸੋ ਉਹ ਇੱਕ ਅੱਖੀਂ ਵੇਖੇ ਗਵਾਹ ਹੁੰਦੇ ਨੇ ਡੋਮੈਸਟਿਕ ਵਾਇਲੈਂਸ ਦੇ। ਫਿਰ ਇੱਕ ਤੀਜਾ ਪਹਿਲੂ ਇਹਨਾਂ ਚੋਂ ਕਈ ਲੱਭੇ ਗਏ ਨੇ, ਐਗਜ਼ੈਕਟ ਪਰਸੈਂਟੇਜ ਮੈਨੂੰ ਯਾਦ ਨਹੀਂ, ਸ਼ਾਇਦ ਹੈ 36-37% ਅਜਿਹੇ ਸਨ ਜਿਨ੍ਹਾਂ ਦੀ ਬਚਪਨ ਦੇ ਵਿੱਚ ਆਪਣੇ ਨਾਲ ਫਿਜ਼ੀਕਲ ਅਬਿਊਜ਼ ਹੋਈ ਹੋਵੇ, ਸੈਕਸੁਅਲ ਅਬਿਊਜ਼ ਹੋਈ ਹੋਵੇ। ਸੋ ਕਈਆਂ ਦੇ ਇਸ ਤਰੀਕੇ ਦਾ ਸਰੀਰਕ ਸ਼ੋਸ਼ਣ ਹੋਇਆ ਸੀ, ਜੀ। ਜਿਨ੍ਹਾਂ ਨੇ ਅੱਗੋਂ ਜਾ ਕੇ ਇੱਕ ਬਦਲਾ ਲਊ ਨੀਤੀ ਨਾਲ ਹੂੰ। ਆਪਣੀ ਪਤਨੀ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ। ਸੋ ਜੀ। ਇਹ ਤਾਂ ਜਿਵੇਂ ਕੁਝ ਕੁ ਗੱਲਾਂ ਇੱਧਰ ਉਧਰ, ਦੂਜੇ ਪਾਸੇ ਅੰਕੜੇ ਦੇਖੋ ਕੀ ਬੋਲਦੇ ਨੇ ਕਿ ਮੈਂ ਅਮਰੀਕਨ ਅੰਕੜੇ ਪਹਿਲਾਂ ਦੱਸਾਂਗੀ, ਕਿਉਂਕਿ ਭਾਰਤੀ ਅੰਕੜੇ ਤਾਂ ਖਿਮਾ ਕਰਿਓ ਸ਼ਰਮ ਹੀ ਆਉਂਦੀ ਹੈ ਕਈ ਵਾਰ ਦੱਸਦਿਆਂ। ਹੂੰ। ਸਾਰੇ ਸਹਿਤੀਆਂ ਰਹਿੰਦੀਆਂ ਨੇ ਔਰਤਾਂ ਤਾਂ ਹੀ ਅਸਲ ਗਿਣਤੀ ਅੱਗੇ ਨਹੀਂ ਆਉਂਦੀ, ਪਰ ਇਹਦੇ ਵਿੱਚ ਜੋ CDC ਦੀ ਰਿਪੋਰਟ ਇਹਦੇ 'ਚ ਕਹਿੰਦੇ ਨੇ, ਜੇ ਭਾਰਤ ਵਿਚਲੇ ਅੰਕੜੇ ਵੇਖਣੇ ਹੋਣ 60 ਨਾਲ ਜ਼ਰਬ ਕਰ ਦਿਓ, ਮਲਟੀਪਲਾਈ ਬਾਈ 60 ਇਹ ਜੀ। ਲਿਖਿਆ ਹੋਇਆ ਜੀ। ਸੋ ਸਮਝ ਸਕਦੇ ਹਾਂ ਕਿ ਅੰਕੜੇ ਦੇਣ ਵਾਲਿਆਂ ਦੀ ਵੀ ਪੂਰੀ ਗਲਤੀ ਨਹੀਂ, ਪਰ ਜਿਹੜੀਆਂ ਔਰਤਾਂ ਹੀ ਨਿਕਲਦੀਆਂ ਨਹੀਂ, ਉਹ ਜ਼ਰਾ ਕੁ ਦੇਖੋ ਕੀ ਫਿਗਰਸ ਕਹਿੰਦੇ ਨੇ। ਅਮਰੀਕਨ ਨੈਸ਼ਨਲ ਫਿਗਰਸ ਦੱਸਦੇ ਨੇ ਕਿ ਉਹਨਾਂ ਦੀਆਂ ਜਿੰਨੀਆਂ ਵੀ ਔਰਤਾਂ ਐਮਰਜੈਂਸੀ ਵਿੱਚ ਪਹੁੰਚਦੀਆਂ ਨੇ, ਸਾਰੀਆਂ ਐਮਰਜੈਂਸੀ ਦੌਰਾਨ ਪਹੁੰਚੀਆਂ ਔਰਤਾਂ 'ਚੋਂ 50% ਉਹ ਨੇ ਜਿਹੜੀਆਂ ਡੋਮੈਸਟਿਕ ਵਾਇਲੈਂਸ ਸਹਿੰਦੀਆਂ ਪਹੁੰਚਦੀਆਂ ਨੇ। ਅੰਦਾਜ਼ਾ ਲਾ ਲਓ ਕਿ ਜਿੰਨੀਆਂ ਵੀ ਐਮਰਜੈਂਸੀਜ਼ ਔਰਤਾਂ ਆਉਂਦੀਆਂ, ਉਹਨਾਂ 'ਚੋਂ 50% ਸਿਰਫ ਤੇ ਸਿਰਫ, ਯਾਨੀ ਇਹ ਅੰਕੜੇ ਤਾਂ ਆਪਾਂ ਸਹੀ ਗਿਣ ਹੀ ਸਕਦੇ ਹਾਂ ਕਿਉਂਕਿ ਇਹ ਸਾਡੇ ਨਹੀਂ, ਅਮਰੀਕਨ ਅੰਕੜੇ ਨੇ, ਉਹ ਵੀ ਉਹਨਾਂ ਦੇ ਨੈਸ਼ਨਲ ਫਿਗਰਸ ਨੇ। ਜੀ। ਤੇ ਉਹਦੇ ਵਿੱਚ ਅੱਗੋਂ ਲਿਖਦੇ ਨੇ ਕਿ 40% ਹੂੰ। ਇਹ ਨੇ ਜਿਹੜੀਆਂ ਉਸ ਤੋਂ, ਯਾਨੀ ਉਹਨਾਂ ਦੇ ਨਾਲ ਦੇ ਜਿਨ੍ਹਾਂ ਦੀ ਕਿ ਉਹ ਪਹਿਲਾਂ ਇੱਕ ਵਾਰ ਹੈਲਪ ਲੈ ਚੁੱਕੀਆਂ ਹੁੰਦੀਆਂ ਨੇ, ਫਿਰ ਉਸ ਤੋਂ ਬਾਅਦ ਉਹਨਾਂ ਚੋਂ ਅੱਗੋਂ 20% 2 ਸਾਲਾਂ ਦੇ ਅੰਦਰ ਅੰਦਰ ਜਾਂ ਕਤਲ ਕਰ ਦਿੱਤੀਆਂ ਜਾਂਦੀਆਂ ਨੇ ਜਾਂ ਸੁਇਸਾਈਡ ਕਰ ਜਾਂਦੀਆਂ ਨੇ। ਇਹ ਅੰਕੜੇ ਮੇਰੇ ਨਹੀਂ, CDC ਦੇ ਅੰਕੜੇ ਨੇ ਰਿਟਨ, ਜੋ ਕਿ ਸਾਨੂੰ ਇੱਕ ਬੜਾ ਡਰਾਵਨਾ ਜਿਹਾ ਅਹਿਸਾਸ ਦਿਵਾਉਂਦੇ ਨੇ ਕਿ ਇੰਨੀ ਭਾਰੀ ਗਿਣਤੀ 'ਚ ਜੇ ਉੱਥੇ ਦੇ ਰਹਿੰਦੇ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਨਾਂ ਵਿੱਚ ਏਸ਼ੀਅਨ ਵੀ ਨੇ ਜੋ ਕਿ ਹੁਣ ਅਮਰੀਕਨ ਸਿਟੀਜ਼ਨ ਬਣ ਚੁੱਕੇ ਹੋਏ ਨੇ, ਅਮਰੀਕਨ ਸਿਟੀਜ਼ਨ ਆਪਣੇ ਜਿਹੜੇ ਉਹ ਵੀ ਸ਼ਾਮਲ ਨੇ, ਤੇ ਹੋਰ ਮੁਲਕਾਂ ਤੋਂ ਆਏ ਲੋਕ ਵੀ ਸ਼ਾਮਲ ਨੇ, ਜਿਨ੍ਹਾਂ ਦੀ ਟੋਟਲ ਇਹ ਗਿਣਤੀ, ਔਲਦੋ ਹੁਣ ਕਲੇਮ ਕਰਦੇ ਨੇ ਕਿ ਭਾਈ ਇਹਨਾਂ ਵਿੱਚ ਖਾਸ ਤੌਰ ਤੇ ਪੰਜਾਬੀ ਅਸੀਂ ਇਸ ਕਰਕੇ ਮੋਹਰੀ ਗਿਣਦੇ ਹਾਂ ਕਿ ਇਹ ਆ ਕੇ ਇੱਥੇ ਡਰੱਗਸ ਵੀ ਯੂਜ਼ ਕਰਦੇ ਨੇ, ਇੱਥੇ ਆ ਕੇ ਮਾਰ ਕੁਟਾਈ, ਕਤਲ, ਵਾਇਲੈਂਸ ਇੰਨੀ ਜ਼ਿਆਦਾ, ਤੇ ਇਹਨਾਂ ਦੇ ਧਾਰਮਿਕ ਥਾਵਾਂ ਦੇ ਅੰਦਰ ਵੀ ਜੋ ਵਾਇਲੈਂਸ ਹੁੰਦੀ ਹੈ, ਇਹ ਵਾਇਲੈਂਟ ਬਿਹੇਵੀਅਰ ਵਾਲੇ ਲੋਕ ਨੇ। ਇਹ ਮੈਂ ਨਹੀਂ ਕਹਿ ਰਹੀ, ਮੈਂ ਦੁਬਾਰਾ ਕਹਿ ਦਿਆਂ, ਮੈਨੂੰ ਮਾੜਾ ਲੱਗਦਾ ਮੇਰੇ ਆਪਣੇ ਹੀ ਲੋਕਾਂ ਲਈ ਇਹੋ ਜਿਹੇ ਸ਼ਬਦ ਵਰਤੇ ਜਾਣ, ਪਰ ਇਹੋ ਜਿਹੀ ਉਹਨਾਂ ਦੇ ਮਨਾਂ ਵਿੱਚ ਧਾਰਨਾ ਬਣ ਚੁੱਕੀ ਹੈ ਕਿ ਇਹ ਲੜਾਕੇ ਨੇ। ਯਾਨੀ ਸਾਡੀ ਜੋ ਚੰਗਾ ਪੱਖ ਸੀ, ਜਿਸ ਵਿੱਚ ਅਸੀਂ ਸੇਵਾ ਭਾਵ ਨਾਲ, ਕਿਰਤ ਨਾਲ ਕਿਸੇ ਹੋਰ ਮੁਲਕ ਦੀ ਇਕੋਨਮੀ ਖੜੀ ਕਰ ਸਕਦੇ ਹਾਂ, ਉਹਨਾਂ ਦੇ ਵਿੱਚ ਜਾ ਕੇ ਟੌਪ ਬਿਜ਼ਨਸਮੈਨ, ਟੌਪ ਡਾਕਟਰਸ, ਟੌਪ ਬੈਂਕ ਦੇ ਵਿਚਲੇ ਕੰਮ ਕਰਨ ਵਾਲੇ, ਜਾਂ ਹਰ ਪਾਸਿਓਂ ਹੀ, ਭਾਵੇਂ ਉਹਨਾਂ ਦੇ ਫੌਜ ਦੇ ਅੰਦਰ ਦੀ ਗੱਲ ਹੋਵੇ, ਉਹਨਾਂ ਦੇ ਸਪੋਰਟਸ ਪਰਸਨ ਦੀ ਗੱਲ ਹੋਵੇ, ਜੀ। ਪੋਲੀਟੀਕਲ ਗੱਲ ਹੋਵੇ, ਯਾਨੀ ਕਿਹੜੇ ਪਾਸਾ ਛੱਡੀਏ ਕਿ ਹਰ ਪਾਸੇ ਹੀ ਜੇ ਪੰਜਾਬੀ ਕਮਿਊਨਿਟੀ ਦੀ ਗੱਲ ਕਰਦੇ ਹਾਂ ਤੇ ਉਹਨਾਂ ਨੇ ਧਾਕ ਜਮਾਈ ਹੈ, ਝੰਡਾ ਗੱਡਿਆ ਹੈ, ਇੱਕ ਮੁਲਕ ਦੀ ਇਕੋਨਮੀ ਖੜੀ ਕਰਨੀ ਕੋਈ ਮਜ਼ਾਕ ਨਹੀਂ ਹੁੰਦਾ, ਤੇ ਉਹ ਵੀ ਜਿਸ ਹੱਡ ਭੰਨਵੀਂ ਮਿਹਨਤ ਦੇ ਨਾਲ। ਯਾਨੀ ਸਾਨੂੰ ਪਤਾ ਹੈ ਕਿ ਸ਼ੁਰੂਆਤੀ ਦੌਰ 'ਚ ਕਿਵੇਂ ਇਹਨਾਂ ਨਾਲ ਧੱਕਾ ਵੀ ਸਾਡੇ ਨਾਲ ਕੀਤਾ ਗਿਆ, ਸਾਡੇ ਹੀ ਵੱਡੇ ਵਡੇਰਿਆਂ ਨਾਲ ਕਿਵੇਂ ਸ਼ਹਾਦਤਾਂ ਤੱਕ ਪ੍ਰਾਪਤ ਹੋਈਆਂ, ਕਿਵੇਂ ਯਾਨੀ ਭੁੱਖੇ ਢਿੱਡ ਰਹਿ ਕੇ ਜਿਸ ਤਰੀਕੇ ਉਹਨਾਂ ਨੇ ਉੱਥੇ ਉਸਾਰੀਆਂ ਕੀਤੀਆਂ, ਜੋ ਅੱਜ ਉਹਨਾਂ ਦੀ ਦੂਜੀ ਤੀਜੀ ਪੁਸ਼ਤ ਜੋ ਹੁਣ ਇਸ ਵੇਲੇ
ਥੋੜਾ ਸੁਖਾਵਾਂ ਮਾਹੌਲ ਵਿੱਚ ਰਹਿ ਰਹੀ ਹੈ। ਜੀ ਤਾਂ ਇਹੋ ਜਿਹੇ ਇਲਜ਼ਾਮ ਲੱਗਣੇ ਬਹੁਤ ਦਰਦ ਜੀ ਮਹਿਸੂਸ ਹੁੰਦੀ ਹੈ ਕਿ ਕਿਉਂ ਇਹ ਸਾਡੇ ਤੇ ਲੱਗਣ। ਇਹਦੇ ਵਿੱਚ ਹੁਣ ਕਿਵੇਂ ਇਹਨੂੰ ਕੰਟਰੋਲ ਕੀਤਾ ਜਾਏ, ਕਿਵੇਂ ਕਾਬੂ ਕੀਤਾ ਜਾਏ, ਮੈਂ ਉਹਦੀ ਵੀ ਗੱਲ ਕਰਾਂਗੀ। ਪਰ ਪਹਿਲਾਂ ਗੱਲ ਕਰੀਏ ਕਿ ਅਸੀਂ ਉਹੀ ਰੂੜੀਵਾਦੀ ਸੋਚ ਲੈ ਕੇ ਜਦੋਂ ਦੂਜੇ ਮੁਲਕਾਂ 'ਚ ਜਾਂਦੇ ਹਾਂ, ਜੀ ਜਿਨ੍ਹਾਂ 'ਚ ਮੈਨੂੰ ਹੈਰਾਨੀ ਹੁੰਦੀ ਹੈ, ਪਤਾ ਲੱਗਦਾ ਵੀ ਧੀ ਵਾਪਸ ਪੜ੍ਹਨ ਇੱਥੇ ਭੇਜ ਦਿੱਤੀ ਹੈ ਪੰਜਾਬ ਵਿੱਚ, ਤੇ ਕਾਰਨ ਇਹ ਕਿ ਇਹ ਆਪਣੀ ਮਨਪਸੰਦ ਦਾ ਵਿਆਹ ਨਾ ਕਰ ਲਵੇ ਤੇ ਫਿਰ ਇੱਥੋਂ ਦਾ ਮਾਹੌਲ ਜਿੱਦਾਂ ਦਾ ਉਸ ਤਰ੍ਹਾਂ ਦੇ ਕੱਪੜੇ ਨਾ ਪਾ ਲਵੇ, ਹੂੰ ਯਾਨੀ ਆਪਣੀ ਮਰਜ਼ੀ ਨਾ ਕਰੇ ਦੇ ਲਈ ਉਹਨੂੰ ਵਾਪਸ ਧੱਕ ਦਿੱਤਾ ਜਾਂਦਾ ਹੈ ਕਿ ਤੂੰ ਉੱਥੋਂ ਹੀ ਸਿੱਖ ਕੇ ਆ, ਉਹੀ ਸੱਭਿਆਚਾਰ ਉਸੇ ਹੀ ਤਰ੍ਹਾਂ ਇੱਥੋਂ ਦਾ ਤੈਨੂੰ ਵਿਗਾੜ ਦੇਏਗਾ। ਭਾਈ ਭਲਾ ਜੇ ਤੁਸੀਂ ਨਹੀਂ ਵਿਗੜੇ, ਤੁਹਾਡਾ ਮੁੰਡਾ ਉੱਥੇ ਹੀ ਵਿਆਹ ਕਰੇਗਾ ਉੱਥੇ ਦੀ ਕੁੜੀ ਦੇ ਨਾਲ, ਉਹ ਵੀ ਨਹੀਂ ਅਸੀਂ ਕਹਿੰਦੇ ਵਿਗੜਿਆ, ਤਾਂ ਫਿਰ ਧੀ ਦੇ ਨਾਲ ਇਹ ਕਿਉਂ ਵਿਤਕਰਾ ਕਿ ਉਹ ਇੱਥੇ ਜਾਵੇ, ਸਿੱਖ ਕੇ ਆਵੇ। ਤੇ ਉਹੀ ਸੋਚ ਫਿਰ ਮੁੰਡਿਆਂ ਤੱਕ ਸੀਮਤ ਕਿ ਜੇ ਅਸੀਂ ਉੱਥੋਂ ਕੁੜੀ ਲਿਆਵਾਂਗੇ, ਉਹਦਾ ਕੰਮ ਸੇਵਾ ਕਰਨਾ ਹੈ, ਨੀਵੀਂ ਪਾ ਕੇ ਸਿਰ ਰੱਖਣਾ ਹੈ, ਉਹਨੂੰ ਆਪਣੀ ਗੱਲ ਕਹਿਣ ਦੀ ਇਜਾਜ਼ਤ ਨਹੀਂ, ਉਹਨੂੰ ਬਾਹਰ ਨਹੀਂ ਜਾਣ ਦੇਣਾ, ਕਈਆਂ ਦੇ ਪਾਸਪੋਰਟ ਤੱਕ ਜ਼ਬਤ ਕਰ ਲੈਣੇ, ਮਾਰ ਕੁਟਾਈ ਕਰਨੀ, ਤੇ ਇੱਧਰੋਂ ਧੀਆਂ ਨੂੰ ਇਹ ਸਿੱਖਿਆ ਦੇ ਕੇ ਭੇਜਣਾ ਬਈ ਉੱਥੋਂ ਤੇਰੀ ਬਸ ਵਿਆਹ ਹੋ ਗਿਆ ਤਾਂ ਫਿਰ ਹੁਣ ਤੇਰੀ ਲਾਸ਼ ਹੀ ਨਿਕਲਣੀ ਚਾਹੀਦੀ ਹੈ, ਉਸ ਤੋਂ ਪਹਿਲਾਂ ਤੇਰੇ ਸਿਰ ਤੇ ਹੀ ਸਾਰੀ ਪਿਓ ਦੀ ਇੱਜ਼ਤ ਰੱਖ ਦਿੱਤੀ ਗਈ ਹੈ। ਤੇਰੀਆਂ ਛੋਟੀਆਂ ਭੈਣਾਂ ਨੇ, ਇੱਕ ਸਮਾਜ ਦੀ ਸਾਰੀ ਜ਼ਿੰਮੇਵਾਰੀ ਉਹ ਕਿੰਤੂ ਪ੍ਰੰਤੂ ਨਾ ਕਰ ਦੇਵੇ, ਉਹ ਵੀ ਤੇਰੇ ਸਿਰ ਤੇ ਹੈ। ਇੰਨਾ ਬੋਝ ਲਈ ਇੱਕ ਔਰਤ ਨਵੇਂ ਮੁਲਕ ਵਿੱਚ ਜਦੋਂ ਜਾਂਦੀ ਹੈ, ਇਹ ਸੋਚ ਦੇ ਨਾਲ ਕਿ ਮੈਂ ਹਰ ਹਾਲ ਵਿੱਚ ਨਿਭਾਉਣਾ ਹੈ, ਤੇ ਮੈਂ ਪਿੱਛੇ ਇਹ ਕਿਤੇ ਸਮਾਜ ਵੱਲੋਂ ਕੋਈ ਊਣਤਾਈ ਜਿਹੜੀ ਮੇਰੇ 'ਚ ਕੱਢੀ ਗਈ, ਮੈਂ ਉਹਨੂੰ ਬਿਲਕੁਲ ਆਪਣੇ ਮਾਪਿਆਂ ਤੇ ਨਹੀਂ ਜਾਣ ਦੇਣਾ, ਪਰ ਤੁਸੀਂ ਸਮਝੋ ਕਿ ਉਹਦੇ ਤੇ ਇੱਕ ਹੋਰ ਜ਼ਿੰਮੇਵਾਰੀ ਪੈ ਜਾਂਦੀ ਹੈ ਜੀ ਬੱਚਿਆਂ ਦੀ, ਆਪੇ ਜੀ ਕੁੱਖੋਂ ਜੰਮੇ ਨੇ। ਸੋ ਹੂੰ ਉਹ ਬੱਚਿਆਂ ਨਾਲ ਲਗਾਓ ਕਰੇ, ਉਹਨਾਂ ਦੇ ਲਈ ਵੀ ਇਹ ਮਾਰ ਕੁਟਾਈ ਸਹਿੰਦੀ ਰਹਿੰਦੀ ਹੈ, ਪਿੱਛੇ ਮਾਪਿਆਂ ਲਈ ਵੀ ਸਹਿੰਦੀ ਰਹਿੰਦੀ ਹੈ। ਭਲਾ ਕੀ ਉਹ ਜ਼ਿੰਦਗੀ ਨਾ ਜੀਏ? ਉਹਨੂੰ ਤਾਂ ਅਸੀਂ ਇੱਕ ਅਜਿਹਾ ਜਾਨਵਰ ਸਮਝ ਲਿਆ ਕਿ ਜਿਹਨੂੰ ਸਿਰਫ ਲੰਘਦਾ ਜਾਂਦਾ, ਜਿਹਦਾ ਦਿਲ ਕਰੇ ਦੁਲੱਤੀ ਮਾਰੇ, ਮਾਰੇ ਕੁੱਟੇ, ਇੱਕ ਬੰਧੂਆ ਮਜ਼ਦੂਰ ਕੇ ਇਹਦਾ ਕੰਮ ਹੈ ਸਿਰਫ ਮਜ਼ਦੂਰੀ ਕਰਨੀ, ਜੀ ਬੋਲ ਹੀ ਨਹੀਂ ਸਕਣਾ। ਤੇ ਜਦੋਂ ਵੀ ਕਿਤੇ ਆਵਾਜ਼ ਚੁੱਕੇ, ਜਿਵੇਂ ਸਾਡੀ ਧੀ ਮਨਦੀਪ ਨੇ ਵੀ ਕਿਹਾ ਕਿ ਮੈਂ ਆਵਾਜ਼ ਚੁੱਕੀ ਤੇ ਮੈਨੂੰ ਕਹਿ ਦਿੱਤਾ ਗਿਆ ਵੀ ਮਾਫ਼ ਕਰ ਦਿਓ, ਮਾਪਿਆਂ ਨੇ ਵੀ ਪ੍ਰੈਸ਼ਰ ਪਾਇਆ, ਸਭ ਨੇ ਕਿਹਾ ਚਲੋ ਜੀ ਮਾਫ਼ ਕਰ ਦਿਓ, ਤੇ ਫਿਰ ਉਹ ਕੰਪਲੇਂਟ ਵੀ ਵਾਪਸ ਲੈ ਲੈਣੀ। ਇਸ ਤਰ੍ਹਾਂ ਦਾ ਜਿਹੜਾ ਦਬਾਅ ਅਸੀਂ ਆਪਣੀਆਂ ਧੀਆਂ ਤੇ ਪਾ ਰਹੇ ਆ, ਇਹ ਮਾਰੂ ਸਿੱਧ ਹੋ ਰਿਹਾ, ਸਾਡੀ ਸਾਰੀ ਕਮਿਊਨਿਟੀ ਤੇ ਇੱਕ ਤਰੀਕੇ ਦਾ ਬਦਨੁਮਾ ਦਾਗ ਬਣ ਰਿਹਾ। ਜੀ ਬੇਟੀਆਂ ਵੱਲੋਂ ਇਹ ਕਹਿਣਾ ਕਿ ਤੁਸੀਂ ਮਾਰ ਨਹੀਂ ਸਹਿਣੀ, ਇਹ ਕਿਤੇ ਵੀ ਨਹੀਂ ਕਿਹਾ ਕਿ ਤੁਸੀਂ ਵਿਆਹ ਤੋੜਨ ਦੀ ਗੱਲ ਕੀਤੀ ਹੈ ਜਾਂ ਤੁਸੀਂ ਕਿਸੇ ਨੂੰ ਦਬਾਉਣ ਦੀ ਗੱਲ ਕੀਤੀ ਹੈ, ਪਰ ਇਹ ਕਿੱਥੇ ਲਿਖਿਆ ਕਿ ਅੱਜ ਦੇ ਸਮਾਜ ਦੇ ਵਿੱਚ ਇੱਕ ਔਰਤ ਚੁੱਪ ਕਰਕੇ ਸਿਰਫ ਤੇ ਸਿਰਫ ਮਾਰ ਕੁਟਾਈ ਸਹਿੰਦੀ ਰਹੇ? ਆਖਰ ਕਿਉਂ? ਸੋ ਇਸ ਚੀਜ਼ ਲਈ ਜਿੰਨੀ ਵਾਰ ਕੋਈ ਨਿਕਲਦਾ ਹੈ ਜਾਂ ਜਿੰਨੀਆਂ NGOs ਕੰਮ ਕਰਦੀਆਂ ਨੇ, ਉਹ ਕਹਿੰਦੇ ਨੇ ਕਿ ਅਸੀਂ ਸ਼ਿਕਾਇਤ ਕਰਨ ਲਈ ਪਹੁੰਚਦੇ ਹਾਂ, ਹੂੰ ਮੌਜੂਦਾ ਜਿਹੜੇ ਮੇਅਰ ਹੋਣ ਜਾਂ ਉਸ ਇਲਾਕੇ ਦਾ ਕੋਈ ਸਿਆਸਤਦਾਨ, ਤਾਂ ਉਹ ਰਫਾ ਦਫਾ ਹੀ ਬਹੁਤੀ ਵਾਰ ਗੱਲ ਕਰਦੇ ਨੇ। ਜੀ ਇਹ ਜੋ ਕਿ ਹੁਣ ਵੀਡੀਓਜ਼ ਨਿਕਲ ਰਹੀਆਂ ਨੇ, ਉਹਨਾਂ ਦੇ ਵਿਚਲੀ ਗੱਲ ਹੀ ਮੈਂ ਕਰ ਰਹੀ ਹਾਂ। ਉਹ ਸਟੇਟਮੈਂਟਾਂ ਇਹ ਦੇ ਰਹੇ ਨੇ ਕਿ ਉਹ ਰਫਾ ਦਫਾ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਕਮਿਊਨਿਟੀ ਨਾਲ ਵੀ ਨਾ ਵਿਗੜ ਜਾਏ, ਤੇ ਦੂਜੇ ਪਾਸੇ ਜਿਹੜੀ ਅਸੀਂ ਵੋਟਾਂ ਲੈਣੀਆਂ ਉਹਨਾਂ 'ਚ ਵੀ ਕਿਤੇ ਘਾਟ ਨਾ ਹੋ ਜਾਏ। ਸੋ ਬਹੁਤੀ ਵਾਰ ਜਦੋਂ ਕਿਸੇ ਧਾਰਮਿਕ ਥਾਂ ਦੇ ਉੱਤੇ ਜਾ ਕੇ ਵੀ ਇਹ ਔਰਤ ਨਾਲ ਹੋਇਆ ਜ਼ੁਲਮ ਇਸ ਤਰੀਕੇ ਉਗਾੜਿਆ ਜਾਂਦਾ ਹੈ ਜਾਂ ਉਹ ਔਰਤ ਬੋਲਦੀ ਹੈ, ਤਾਂ ਫਿਰ ਉਹਦੇ ਲਈ ਜਿੰਨੀ ਕੁ ਭੱਤੀ ਸ਼ਬਦਾਵਲੀ ਉੱਥੇ ਵਰਤੀ ਜਾਂਦੀ ਹੈ ਕਮਿਊਨਿਟੀ ਦੇ ਵੱਲੋਂ। ਜੀ ਮੈਂ ਅਜਿਹੇ ਇੱਕ ਕੇਸ ਦੀ ਅੱਖੀਂ ਵੇਖੀ ਗਵਾਹ, ਹੂੰ ਜਿਹਨੇ ਆਪ ਮੈਨੂੰ ਦਿਖਾਇਆ ਕਿ ਇਸ ਤਰੀਕੇ ਦੀ ਮੇਰੇ ਨਾਲ ਇੱਥੇ ਮਾਰ ਕੁਟਾਈ ਹੋਈ, ਤੇ ਜਿਵੇਂ ਉਸਨੂੰ ਸਾਰਿਆਂ ਪਾਸਿਆਂ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਸੀ ਕਿ ਨਾ ਤੂੰ ਧਾਰਮਿਕ ਥਾਂ ਤੇ ਵੜ, ਨਾ ਇਹਦੇ ਨਾਲ ਕਿਸੇ ਨੇ ਮੇਲ ਜੋਲ ਰੱਖਣਾ ਹੈ। ਮੈਂ ਜਿਵੇਂ ਦੀ ਉਹਦੀ ਮਾਨਸਿਕ ਹਾਲਤ ਦੇਖੀ ਸੀ, ਮੈਂ ਉਹਦੇ ਨਾਲ ਖੜੀ ਰਹੀ, ਉੱਥੇ ਵੀ ਉਹਦੇ ਘਰ ਵੀ ਗਈ ਹਾਂ, ਇੱਕ ਦਿਨ ਰਹੀ ਵੀ ਹਾਂ, ਤੇ ਜਿੰਨੇ ਦਿਨ ਮੈਂ ਉਸ ਥਾਂ ਤੇ ਸੀ, ਮੈਂ ਨਾ ਥਾਂ ਦਾ ਜ਼ਿਕਰ ਕਰ ਰਹੀ ਹਾਂ ਕਿਹੜੇ ਮੁਲਕ ਵਿੱਚ, ਨਾ ਮੈਂ ਉਸ ਧਾਰਮਿਕ ਥਾਂ ਦਾ ਜ਼ਿਕਰ ਕਰ ਰਹੀ ਹਾਂ, ਤਾਂ ਕਿ ਸਾਡੀ ਉਸ ਬੇਟੀ ਦੀ, ਮੇਰੀ ਉਸ ਭੈਣ ਦੀ ਆਈਡੈਂਟਿਟੀ ਲੁਕੀ ਰਵੇ। ਪਰ ਇਹੋ ਜਿਹਾ ਜੇ ਅਸੀਂ ਵਿਹਾਰ ਰੱਖਾਂਗੇ ਕਿ ਔਰਤ ਪ੍ਰਤੀ ਹਮੇਸ਼ਾ ਹੀ ਇੱਕ ਨੈਗੇਟਿਵ ਰਵੱਈਆ, ਕਿ ਉਹਨੂੰ ਸਪੋਰਟ ਸਿਸਟਮ ਦੇਣ ਦੀ ਥਾਂ ਤੇ ਉਹਨੂੰ ਸਗੋਂ ਇਕੱਲੀ ਨੂੰ ਸੁੱਟ ਦੇਣਾ ਜੂਝਣ ਲਈ, ਮੈਨੂੰ ਪਤਾ ਉਹ ਕਿੰਨੇ ਦਿਨ ਹਸਪੀਟਲ ਵਿੱਚ ਰਹੀ, ਆਪਣੀ
ਮੈਂਟਲੀ ਅਪਸੈਟ ਸੀ, ਕਿਵੇਂ ਉਹ ਇਲਾਜ ਕਰਵਾਉਂਦੀ ਰਹੀ, ਫਿਰ ਵੀ ਇਕੱਲੀ ਜੂਝਦੀ ਰਹੀ। ਨਾ ਜੀ ਪੁਲਿਸ ਦੇ ਵਿੱਚ ਜਾਣ ਲਈ ਉਹਦੇ ਨੇੜੇ ਕੋਈ ਲੱਗਿਆ, ਨਾ ਕਮਿਊਨਿਟੀ ਸਪੋਰਟ ਮਿਲੀ। ਐਨਜੀਓ ਇੱਕ ਜ਼ਰੂਰ ਉਹਦੀ ਵਿੱਚ ਗਰੁੱਪ ਖੜਾ ਹੋਇਆ ਸੀ, ਉਹ ਵੀ ਔਰਤਾਂ ਵੱਲੋਂ ਹੀ ਬਣਾਇਆ ਹੋਇਆ। ਸਿਵਾਏ ਉਸਦੇ ਕਿਸੇ ਪਾਸਿਓਂ ਨਾ ਕੋਈ ਫਾਈਨੈਂਸ਼ੀਅਲੀ, ਨਾ ਕੋਈ ਮੋਰਲੀ ਕੋਈ ਸਪੋਰਟ ਨਹੀਂ ਪਹੁੰਚੀ। ਤੇ ਜੀ ਉਸਨੂੰ ਨੌਕਰੀ ਜਿੱਥੇ ਕਰ ਰਹੀ ਸੀ, ਉਹ ਵੀ ਸਾਡੀ ਵੀ ਕਮਿਊਨਿਟੀ ਦੀ ਸੀ, ਸ਼ਾਪ ਜਿੱਥੇ ਉਹ ਕੰਮ ਕਰਦੀ ਸੀ ਉੱਥੋਂ ਵੀ ਕੱਢ ਦਿੱਤਾ ਗਿਆ। ਯਾਨੀ ਇਹ ਹਾਲ ਅਸੀਂ ਕਰਦੇ ਹਾਂ, ਜਦਕਿ ਜਿਸ ਤਰੀਕੇ ਦੀ ਡੋਮੈਸਟਿਕ ਵਾਇਲੈਂਸ ਉਹਨੇ ਸਹੀ, ਉਹ ਜਿਵੇਂ ਇਸ ਬੱਚੀ ਨੇ ਸਹੀ 8 ਸਾਲ, ਉਹਨੇ 12 ਸਾਲ ਸਹੀ। ਹੂੰ ਅਖੀਰ ਦਮ ਵਸਾਇਆ ਉਹਨੇ, ਉਸ ਤੋਂ ਉਹਨੂੰ ਕੰਪਲੇਂਟ ਵੀ ਕੀਤੀ, ਵੱਖ ਵੀ ਹੋਈ, ਤੇ ਹੁਣ ਉਹ ਇਕੱਲੀ ਜ਼ਿੰਦਗੀ ਜੀ ਰਹੀ ਹੈ। ਬੜੀ ਖੂਬਸੂਰਤ ਤਰੀਕੇ ਉਹਨੇ ਆਪਣੀ ਧੀ ਤੇ ਪੁੱਤਰ ਨੇ ਉਹਦੇ ਕੋਲ ਉਹਨਾਂ ਨੂੰ ਪਾਲਿਆ ਵੀ ਹੈ। ਸ਼ਾਬਾਸ਼ ਏ ਇਹੋ ਜਿਹੀਆਂ ਔਰਤਾਂ ਜੋ ਹਿੰਮਤ ਕਰਦੀਆਂ ਨੇ। ਪਰ ਇਸ ਤਰੀਕੇ ਦੀ ਡੋਮੈਸਟਿਕ ਵਾਇਲੈਂਸ ਜੋ ਦਿਨੋਂ ਦਿਨ ਵੱਧਦੀ ਜਾਂਦੀ ਹੈ, ਉਹਦੇ ਕਾਰਨ ਜੇ ਇਜਾਜ਼ਤ ਦਿਓ, ਸਮਾਂ ਮੈਨੂੰ ਪਤਾ ਹੈ ਬੜਾ ਸੀਮਤ ਹੈ, ਜੀ ਜੇ ਆਪਾਂ ਥੋੜ੍ਹਾ ਜਿਹਾ ਜ਼ਿਕਰ ਕਰ ਲਈਏ ਤਾਂ ਉਹਨੂੰ ਜ਼ਰੂਰ ਅਸੀਂ ਸੁਖਾਲਾ ਠੀਕ ਵੀ ਕਰ ਸਕਾਂਗੇ। ਜੀ ਨਹੀਂ ਮੈਮ, ਅੱਜ ਦਾ ਜਿਹੜਾ ਜਿਹੜਾ ਵਿਸ਼ਾ ਹੈ ਬੜਾ ਹੀ ਸੰਜੀਦਗੀ ਦੇ ਨਾਲ ਭਰਿਆ ਹੋਇਆ ਹੈ। ਸੋ ਉਸ ਦੇ ਲਈ ਆਪਾਂ ਨੂੰ ਜਿਹੜੇ ਸਾਡੇ ਦਰਸ਼ਕ ਨੇ ਖੁੱਲ੍ਹ ਕੇ ਉਹਨਾਂ ਨੂੰ ਦੱਸਣ ਦੀ ਬੇਹੱਦ ਜ਼ਰੂਰਤ ਹੈ। ਇਸ ਲਈ ਆਪਾਂ ਚਾਹਾਂਗੇ ਕਿ ਤੁਸੀਂ ਇਹਨਾਂ ਦੇ ਜਿਹੜੇ ਕਾਰਨ ਨੇ ਉਹ ਜ਼ਰੂਰ ਦਰਸ਼ਕਾਂ ਨੂੰ ਦੱਸੋ। ਜੀ ਦੇਖੋ, ਜੋ ਅੰਤਰਰਾਸ਼ਟਰੀ ਪੱਧਰ ਤੇ ਇਹੋ ਜਿਹੇ ਕੇਸਿਸ ਦੀ ਜਿਵੇਂ ਵਰਕਅਪ ਕੀਤਾ ਗਿਆ ਹੈ, ਜਾਂ ਜੋ ਸਾਡੇ ਆਪਣੇ ਮੁਲਕ ਦੇ ਵਿੱਚ ਵੀ ਜਿੰਨੇ ਕੁ ਇਹੋ ਜਿਹੇ ਕੇਸਿਸ ਸਾਹਮਣੇ ਆਉਂਦੇ ਨੇ, ਜੀ ਸਭ ਤੋਂ ਇੱਕ ਅਹਿਮ ਇਹਦੇ ਵਿੱਚ ਰੀਜ਼ਨ ਹੁੰਦਾ ਜੀ ਈਗੋ, ਕਿ ਮੈਂ ਇਸ ਤੋਂ ਉਤਾਂ, ਹੂੰ ਜਾਂ ਦੂਜੇ ਪਾਸੇ ਪਤਨੀ ਵੱਲੋਂ ਵੀ ਕਹਿਣਾ ਕਿ ਨਹੀਂ ਜੀ ਮੈਂ ਵੀ ਬਰਾਬਰ ਦੀ ਹਾਂ। ਹੂੰ ਸੋ ਇਹ ਇੱਕ ਤਾਂ ਈਗੋ ਕਲੈਸ਼ ਅਸੀਂ ਜੋ ਇਸ ਵੇਲੇ ਸ਼ੁਰੂ ਹੋ ਗਿਆ, ਜੋ ਕਿ ਹਮੇਸ਼ਾ ਤੋਂ ਇੱਕ ਸੁਖਾਵਾਂ ਮਾਹੌਲ ਬਣਾ ਕੇ ਭੇਜਿਆ ਜਾਂਦਾ ਸੀ ਕਿ ਤੁਸੀਂ ਦੋਨਾਂ ਨੇ ਰਲ ਕੇ ਜ਼ਿੰਦਗੀ ਜੀਣੀ ਹੈ। ਜੀ ਤੇ ਇਹ ਦੇਖੋ ਕਿਵੇਂ ਸਾਨੂੰ ਪੁਰਾਣੇ ਸਮਿਆਂ ਦੇ ਲੋਕ ਕਹਿੰਦੇ ਸਨ ਕਿ ਇਹ ਗੱਡੀ ਜੇ ਦੋ ਪਹੀਏ ਵਾਂਗੂ। ਇਹੋ ਜਿਹੀ ਸਿੱਖਿਆ ਦੀ ਥਾਂ ਤੇ ਕਈ ਥਾਈਂ ਤਾਂ ਮਾਵਾਂ ਇਹ ਕਹਿ ਕੇ ਭੇਜਦੀਆਂ ਸੁਣੀਆਂ ਗਈਆਂ ਨੇ, ਇੱਕ ਦਿਨ ਵੀ ਇੱਕ ਪਲ ਵੀ ਸੁਣੀ ਨਾ, ਜੇ ਕੁਝ ਵੀ ਸੱਸ ਨੇ ਕਹਿ ਦਿੱਤਾ, ਬਸ ਇੱਕ ਫੋਨ ਦਈ, ਤੇਰੇ ਭਰਾ ਜਾਣਗੇ, ਉਹਨਾਂ ਦੇ ਪਾਸੇ ਭਾਨੇ ਆਣਗੇ, ਤੈਨੂੰ ਵਾਪਸ ਲੈ ਆਣਗੇ। ਸੋ ਹੂੰ ਅਸੀਂ ਸਿੱਖਿਆ ਹੀ ਕੁਛ ਇਹੋ ਜਿਹੀ ਦੇ ਕੇ ਕਈ ਵਾਰ ਕੁਝ ਕੁ ਜਣਿਆਂ ਨੇ ਭੇਜਣਾ ਸ਼ੁਰੂ ਕਰ ਦਿੱਤਾ ਕਿ ਇੱਕ ਵੀ ਗੱਲ ਆਰਾਮ ਜੇ ਦੀ ਵੀ ਕਹੀ ਹੋਈ ਟੋਕਣੀ ਉਹ ਬਹੁਤੀਆਂ ਸਾਡੀਆਂ ਬੇਟੀਆਂ ਸਹਿੰਦੀਆਂ ਨਹੀਂ। ਉਹਨਾਂ ਨੂੰ ਝੱਟ ਹੀ ਹੁੰਦਾ ਕਿ ਇੰਨੀ ਕੁ ਗੱਲ ਕੀਤੀ। ਸੋ ਸੋਸ਼ਲ ਮੀਡੀਆ ਨੇ ਜੋ ਤਬਾਹੀ ਮਚਾਈ ਹੈ, ਇਹ ਨਿੱਕੀ ਜਿਹੀ ਪਿਆਰੀ ਜਿਹੀ ਝਿੜਕ ਵੀ ਬਈ ਇਹ ਸੱਸ ਵੱਲੋਂ ਹੈ ਤੇ ਮਾੜੀ ਹੋਈ ਮਾੜੀ ਹੈ, ਜੇ ਉਨੀ ਕੁ ਮਾਂ ਝਿੜਕ ਦਵੇ ਤਾਂ ਠੀਕ ਹੈ, ਪਰ ਕਿਉਂਕਿ ਇਹ ਸੱਸ ਹੈ ਤੇ ਇਹਨੇ ਇੰਨੀ ਕੁ ਗੱਲ ਕਹਿ ਦਿੱਤੀ, ਤਾਂ ਉਹ ਬਹੁਤਾ ਸਾਡੀਆਂ ਵੀ ਬੇਟੀਆਂ ਜਰਦੀਆਂ ਨਹੀਂ। ਸੋ ਇਹ ਨਿੱਕੀ ਜਿਹੀ ਇੱਕ ਉਹ ਹੁੰਦਾ ਜੇ ਧੁਰਾ, ਜਿੱਥੋਂ ਗੱਲ ਵੱਧਦੀ ਜੇ ਕਿ ਮਾੜਾ ਜਿਹਾ ਪਤੀ ਨੇ ਕੁਛ ਟੋਕਤਾ, ਜਾਂ ਮਾੜਾ ਜਿਹਾ ਤੁਸੀਂ ਵੀ ਪਤੀ ਨੂੰ ਕਿਸੇ ਨੇ ਟੋਕ ਦਿੱਤਾ ਵੀ ਆਹ ਚੀਜ਼ ਨਹੀਂ ਹੈ, ਤੈਨੂੰ ਠੀਕ ਤਰ੍ਹਾਂ ਬੋਲਣਾ ਚਾਹੀਦਾ ਹੈ, ਮੇਰੀ ਬੇਇੱਜ਼ਤੀ ਹੈ ਇਸ ਤਰ੍ਹਾਂ ਕਹਿਣ ਨਾਲ। ਸੋ ਇਹ ਇੰਨੀ ਕੀ ਗੱਲ ਅਸੀਂ ਜਰਨੋਂ ਹਟ ਗਏ ਹਾਂ। ਉਹ ਈਗੋ ਸਾਡੇ ਅੰਦਰ ਇੰਨੀ ਜ਼ਿਆਦਾ ਹੈ ਕਿ ਸਕਿੰਟ ਤੋਂ ਪਹਿਲਾਂ, ਕਿਉਂਕਿ ਸਾਡਾ ਮਨ ਬੜਾ ਖੂਬਸੂਰਤ ਹੈ, ਜੀ ਇਹ ਥੋੜੀ ਕੁ ਦੇਰ ਬਾਅਦ ਖਿਮਾ ਕਰਨਾ ਜਾਣਦਾ ਹੁੰਦਾ ਵੀ ਇੰਨੀ ਕੀ ਇੱਕਦਮ ਭੜਕੇ, ਥੋੜੀ ਦੇਰ ਬਾਅਦ ਨਾਰਮਲ ਹੋਏ, ਚਲੋ ਜੀ ਸਭ ਠੀਕ ਹੋ ਗਿਆ। ਪਰ ਅਸੀਂ ਉਹ ਭੜਕਾਹਟ ਦੇ ਦੌਰਾਨ ਜੋ ਕੁਛ ਅਸੀਂ ਸੋਸ਼ਲ ਮੀਡੀਆ ਤੇ ਸੁੱਟਦੇ ਹਾਂ, ਉਹਦੇ ਨਾਲ ਕਿਵੇਂ ਹੋਰਾਂ ਦੇ ਜਜ਼ਬਾਤ ਜੁੜਦੇ ਨੇ। ਸੋ ਉਹ ਇਸ ਦੇ ਵਿੱਚ ਬਲਦੀ ਚ ਤੇਲ ਪਾਉਣ ਦਾ ਕੰਮ ਕਰਦੇ ਨੇ। ਸੋ ਬਜਾਏ ਕਿ ਉਹ ਸਾਡਾ ਥੋੜੀ ਦੇਰ ਬਾਅਦ ਉਹ ਮਾਹੌਲ ਠੰਡਾ ਹੋ ਕੇ ਸਭ ਕੁਝ ਠੀਕ ਹੋ ਜਾਣ ਦੀ ਥਾਂ, ਅਸੀਂ ਇਹ ਉਸ ਗਰਮੋ ਗਰਮੀ ਚ ਇਹਨੂੰ ਵਿਗਾੜਦੇ ਆ, ਪਹਿਲੀ ਜੀ ਚੀਜ਼। ਦੂਸਰੀ ਚੀਜ਼, ਫਾਈਨੈਂਸ਼ੀਅਲ ਇੱਕ ਬਹੁਤ ਅਹਿਮ ਇਹ ਮੁੱਦਾ ਸ਼ੁਰੂ ਹੋ ਚੁੱਕਾ ਜੇ, ਜਿਸ ਚ ਔਰਤਾਂ ਅੱਜ ਕੱਲ੍ਹ ਕਮਾਉਣ ਲੱਗੀਆਂ ਨੇ। ਹੂੰ ਸੋ ਉਹਦੇ ਵਿੱਚ ਕਿਉਂਕਿ ਡਿਵੀਜ਼ਨ ਆਫ ਲੇਬਰ ਲਗਭਗ ਸਾਨੂੰ ਅਜੇ ਸਮਝ ਹੀ ਨਹੀਂ ਆਈ ਕਰਨ ਦੀ। ਇਹੀ ਮਨ ਚ ਹੈ ਕਿ ਮਾਵਾਂ ਸਾਡੀਆਂ ਕਰਦੀਆਂ ਸੀ ਤਾਂ ਹੂੰ ਹੁਣ ਬੀਵੀਆਂ ਪੰਜੀ ਕਰਨਗੀਆਂ। ਸੋ ਸਾਰੇ ਦਾ ਸਾਰਾ ਕੰਮ ਦਾ ਭਾਰ ਅਸੀਂ ਔਰਤ ਤੇ ਸੁੱਟ ਦਿੰਦੇ ਹਾਂ ਕਿ ਰੋਟੀ ਬਣਾਉਣ ਤੋਂ ਲੈ ਕੇ ਕੱਪੜੇ ਧੋ, ਸਫਾਈਆਂ ਕਰ, ਬੱਚਿਆਂ ਨੂੰ ਲਿਜਾ ਲੈ ਕੇ ਆ, ਉਹਨਾਂ ਦੀ ਪੜ੍ਹਾਈ ਕਰਾ, ਤੇ ਜੀ ਅਸੀਂ ਸਿਰਫ ਬਾਹਰ ਕੰਮ ਕਰਾਂਗੇ ਜਾਂ ਫਿਰ ਜਦੋਂ ਫ੍ਰੀ ਹੋ ਗਏ ਦੋਸਤਾਂ ਨਾਲ ਮਿਲਣ ਜਾ ਸਕਦੇ ਹਾਂ। ਉਹਦੇ ਵਿੱਚ ਜਦੋਂ ਔਰਤ ਖੜੀ ਹੋਵੇ ਕਿ ਭਾਈ ਮੈਂ ਵੀ ਥੱਕ ਗਈ ਹਾਂ, ਅੱਜ ਮੈਂ ਵੀ ਸਹੇਲੀਆਂ ਨਾਲ ਹੁਣ ਗੱਲ ਕਰਨੀ ਹੈ ਜਾਂ ਮੈਂ ਮਿਲਣ ਜਾ ਰਹੀ ਹਾਂ, ਤਾਂ ਉਸ ਤੇ ਸਮਾਜ ਅੱਖ ਜਿਹਾ ਚੁੱਕਦਾ ਜੇ। ਸੋ ਉਹਦੇ ਤੇ ਕਿੰਤੂ ਪ੍ਰੰਤੂ ਕੀਤਾ ਜਾਂਦਾ ਜੇ, ਅੱਜ ਵੀ ਹਕੀਕਤ ਹੈ। ਯਾਨੀ ਜੇ ਅਸੀਂ ਡਿਵੀਜ਼ਨ ਆਫ ਲੇਬਰ ਅਸੀਂ ਜਾਣਾ ਚਾਹੁੰਦੇ ਹਾਂ ਉਹਨਾਂ ਮੁਲਕਾਂ ਵਿੱਚ, ਤਾਂ ਕਿਉਂ ਨਹੀਂ
ਅਸੀਂ ਕਰ ਸਕਦੇ ਕਿ ਭਈ ਅੱਜ ਬ੍ਰੇਕਫਾਸਟ ਚਲੋ ਜੀ ਅੱਜ ਸਾਡੇ ਹਸਬੈਂਡ ਨੇ ਬਣਾਉਣਾ ਹੈ। ਮੈਂ ਆਪਣੇ ਨਾਲ ਦੇ ਡਾਕਟਰਾਂ ਨੂੰ ਜਾਣਦੀ ਹਾਂ, ਬਹੁਤ ਸਾਰਿਆਂ ਨੂੰ, ਅਮਰੀਕਾ 'ਚ, ਕੈਨੇਡਾ 'ਚ, ਯੂਰਪ 'ਚ, ਜੋ ਇਸ ਵੇਲੇ ਮੇਰੀ ਕਲਾਸ ਫੈਲੋਜ਼ ਨੇ। ਬਕਾਇਦਾ ਉਹ ਵੀ ਆਪਣੀ ਪੂਰੀ ਡਿਊਟੀ ਕਰਨ ਬਾਅਦ ਵੀ ਹਸਬੈਂਡ ਵਾਈਫ ਨੇ ਆਪਣੇ ਵੰਡੇ ਹੋਏ ਕੰਮ ਨੇ। ਭਾਈ ਡਾਕਟਰ ਹੋਏਗਾ ਪਰ ਘਰ ਦੀ ਰਾਤ ਦਾ ਡਿਨਰ ਤੂੰ ਹੀ ਬਣਾਉਣਾ। ਸੋ ਇਸੇ ਤਰ੍ਹਾਂ ਉਹ ਔਰਤ ਨੇ ਜੇ ਜਾਣਾ ਸਵੇਰੇ, ਸਕੂਲ ਟੀਚਰ ਵੀ ਹੈ ਜਾਂ ਉਹ ਵੀ ਆਪ ਡਾਕਟਰ ਹੈ, ਤਾਂ ਉਹਨੂੰ ਪਤਾ ਹੈ ਵੀ ਮੈਂ ਸਵੇਰ ਦਾ ਬ੍ਰੇਕਫਾਸਟ ਮੇਰੀ ਜ਼ਿੰਮੇ ਹੈ। ਤਾਂ ਇੱਕ ਨੇ ਵਾਸ਼ਿੰਗ ਕਰਨੀ ਹੈ ਕੱਪੜਿਆਂ ਦੀ, ਇੱਕ ਨੇ ਆਪਣੇ ਡਿਸ਼ ਵਾਸ਼ਿੰਗ ਕਰ ਲੈਣੀ ਹੈ, ਤਾਂ ਦੋਨਾਂ ਨੇ ਰਲ ਕੇ ਸੰਡੇ ਨੂੰ ਆਪਣੇ ਕੱਪੜੇ ਵੀ ਕਰ ਲੈਣੇ ਨੇ। ਇਸ ਤਰ੍ਹਾਂ ਦੀ ਵੰਡ ਕਰਨੀ ਜ਼ਰੂਰੀ ਹੈ। ਹੁਣ ਦੂਜੇ ਇੱਕ ਹੋਰ ਕਾਰਨ ਅਹਿਮ ਜੋ ਇਸ ਵੇਲੇ ਸਾਡੇ ਸਾਹਮਣੇ ਆ ਰਿਹਾ ਜੇ, ਉਹ ਜੇ ਕਿ ਜੇ ਔਰਤ ਕਿਤੇ ਵੱਧ ਕਮਾਉਣ ਲੱਗ ਜਾਵੇ, ਅਸਲ ਵਿੱਚ ਇਹਦੇ 'ਚ ਨੁਕਸ ਮੈਂ ਦੋਨਾਂ ਦਾ ਬਰਾਬਰ ਹੀ ਗਿਣਦੀ ਹਾਂ। ਔਰਤ ਵੀ ਜਦੋਂ ਵੱਧ ਕਮਾਉਣ ਲੱਗੇ ਮਾੜੀ ਜਿਹੀ ਹੈਂਕੜ ਮਨ 'ਚ ਆਈ ਜਾਂਦੀ ਹੈ, ਉਹਦੇ ਵੱਲੋਂ ਵੀ ਇਹੋ ਜਿਹੀ ਕੋਈ ਤਾਨੇ ਜਾਂ ਮਿਹਣੇ, ਮੈਂ ਵੱਧ ਹੀ ਕਮਾਉਂਦੀ ਆ ਨਾ ਤੇਰੇ ਤੋਂ ਕਹਿਣਾ, ਇੱਕ ਮਰਦਾਨਗੀ ਦੀ ਮੈਂ ਨੂੰ ਸੱਟ ਵੱਜਣ ਦੀ ਗੱਲ ਹੁੰਦੀ ਹੈ। ਤਾਂ ਜੇ ਆਪਾਂ ਕਿਤੇ ਇੱਕ ਸਾਂਝਾ ਅਕਾਊਂਟ ਹੋਵੇ ਕਿ ਲਓ ਜੀ ਦੋਨਾਂ ਨੇ ਪਾਏ, ਸਭ ਕਮਾਏ ਤੇ ਸਭ ਇੱਕੋ ਜਿਹੇ ਹੀ ਖਰਚ ਰਹੇ ਆ, ਯਾਨੀ ਅਸੀਂ ਇੱਕ ਫੈਮਿਲੀ ਬਣਾਉਣ ਦੀ ਥਾਂ ਜਿਹੜੀ ਉਹ ਤੇਰਾ ਜਾਂ ਮੇਰਾ ਜਦੋਂ ਤੱਕ ਅਸੀਂ ਵੰਡ ਰੱਖਦੇ ਆ ਨਾ ਇੱਕ ਕੰਧ ਪਾ ਕੇ, ਉਦੋਂ ਤੱਕ ਇਹ ਵਿਤਕਰੇ ਰਹਿਣੇ ਹੀ ਰਹਿਣੇ ਨੇ ਮਨਾਂ 'ਚ, ਇਹ ਆਪਸ ਵਿੱਚ ਮੇਲ ਜੋਲ ਹੋ ਨਹੀਂ ਸਕਦਾ। ਹੁਣ ਇੱਕ ਗੱਲ ਆਉਂਦੀ ਜੇ ਜਿਹੜੀ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਪੇਰੈਂਟਲ ਡਿਫਰੈਂਸੀਏਸ਼ਨ ਕਰਦੇ ਹਾਂ ਕਿ ਇਹ ਹਸਬੈਂਡ ਦੇ ਪੇਰੈਂਟਸ ਨੇ, ਸਿਰਫ ਇਹਨਾਂ ਦਾ ਹੀ ਖਿਆਲ ਰੱਖਣਾ, ਜਦਕਿ ਸਾਡੇ ਤਾਂ ਮਾਂ ਸੁਲੱਖਣੀ ਵੇਲੇ ਦਾ ਹੀ ਪਤਾ ਹੈ ਕਿ ਉਦੋਂ ਵੀ ਜੇ ਗੁਰੂ ਨਾਨਕ ਸਾਹਿਬ ਚਲੇ ਗਏ ਸਨ ਤੇ ਉਹਨਾਂ ਨੇ ਮਾਪਿਆਂ ਦਾ ਵੀ ਖਿਆਲ ਰੱਖਿਆ, ਖੇਤ 'ਚ ਵੀ ਕੰਮ ਕੀਤਾ ਤੇ ਆਪਣੇ ਸਹੁਰਿਆਂ ਦਾ ਵੀ ਖਿਆਲ ਰੱਖਿਆ, ਪਰ ਅਸੀਂ ਉਸ ਸੋਚ ਨੂੰ ਅਜੇ ਤੱਕ ਅਗਾਂਹ ਨਹੀਂ ਲਿਆਏ। ਜੇ ਕਿਤੇ ਸਾਡੀ ਵਾਈਫ ਦੇ ਪੇਰੈਂਟਸ ਵਾਲੇ ਪਾਸੇ ਕੋਈ ਮੁਸ਼ਕਲ ਆਉਂਦੀ ਜੇ ਨਾ, ਉਹਨੂੰ ਅਸੀਂ ਕਹਿੰਦੇ ਆ ਕਿ ਨਾ ਤਾਂ ਤੂੰ ਮਾਨਸਿਕ ਪੱਖੋਂ ਹੀ ਉਧਰ ਧਿਆਨ ਕਰ ਤੇ ਨਾ ਹੀ ਉਹਨਾਂ ਤੇ ਅਸੀਂ ਖਰਚਾ ਕਰਨਾ ਹੈ। ਜਦਕਿ ਬਹੁਤ ਖੂਬਸੂਰਤ ਐਗਜ਼ਾਮਪਲਸ ਹਨ ਜਿੱਥੇ ਵਹੁਟੀ ਦੇ ਵੀ ਤੇ ਪਤੀ ਦੇ ਦੋਨਾਂ ਦੇ ਪੇਰੈਂਟਸ ਇਕੱਠੇ ਇੱਕ ਘਰ 'ਚ ਵੀ ਰਹੇ, ਸੋ ਉਹਦੇ ਨਾਲ ਉਹਨਾਂ ਦਾ ਇੰਨਾ ਸੁਖਾਵਾਂ ਮਾਹੌਲ ਰਿਹਾ ਕਿ ਦੋਨੋਂ ਪਾਸਿਓਂ ਵੱਡੇ ਵਡੇਰਿਆਂ ਦੀ ਇੱਕ ਸਿੱਖ ਵੀ ਹੁੰਦੀ ਜੇ, ਉਹਨਾਂ ਦਾ ਆਪਸੀ ਮੇਲ ਜੋਲ, ਜੋ ਕਿ ਇਹ ਝਗੜੇ ਅਲਟੀਮੇਟਲੀ ਖਤਮ ਕਰ ਦਿੰਦਾ ਸੀ। ਸੋ ਅਸੀਂ ਨਿਊਕਲੀਅਰ ਫੈਮਿਲੀਜ਼ ਬਣਾਉਂਦੇ ਬਣਾਉਂਦੇ ਦਿਲ ਵੀ ਵੰਡ ਲਏ ਨੇ। ਸੋ ਜਿਸ ਤਰੀਕੇ ਅਸੀਂ ਹੁਣ ਇੱਕ ਇੱਕ ਟੱਬਰ ਵੱਖੋ ਵੱਖਰਾ ਹੋ ਗਿਆ, ਸਾਰੇ ਇਕੱਠੇ ਨਹੀਂ ਰਹਿੰਦੇ, ਸੋ ਉਹਦੇ ਵੱਲ ਇੱਕ ਵਾਰ ਜ਼ਰੂਰ ਝਾਤ ਮਾਰਨੀ ਚਾਹੀਦੀ ਜੇ ਕਿ ਸਾਂਝ ਗੰਢੀਏ ਤਾਂ ਕਿ ਸਾਡਾ ਸਾਰਾ ਟੱਬਰ ਜੁੜ ਕੇ ਰਵੇ। ਜੀ ਜੀ ਬਿਲਕੁਲ। ਤਾਂ ਜਿਸ ਤਰੀਕੇ ਦੇ ਨਾਲ ਮੈਮ ਤੁਸੀਂ ਗੱਲ ਕੀਤੀ ਕਿ ਵਾਕਿਆ ਹੀ ਬਹੁਤ ਸਾਰੀਆਂ ਦਿੱਕਤਾਂ ਤੋਂ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਘਰਾਂ ਦੇ ਵਿੱਚ ਕਿਸੇ ਨਾ ਕਿਸੇ ਦੀ ਜ਼ਿਆਦਾ ਇੰਟਰਫੇਰੈਂਸ ਹੋ ਜਾਂਦੀ ਹੈ, ਜਾਂ ਫਿਰ ਇੱਕ ਦੂਜੇ ਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਤੂੰ ਆਪਣੇ ਮਾਂ-ਬਾਪ ਨਾਲ ਨਹੀਂ ਵਰਤਣਾ। ਜਾਂ ਜਿਵੇਂ ਆਪਾਂ ਮਨਦੀਪ ਕੌਰ ਵਾਲੇ ਟੌਪਿਕ 'ਤੇ ਗੱਲ ਕਰ ਰਹੇ ਹਾਂ, ਤਾਂ ਕਈ ਚੈਨਲਸ 'ਤੇ ਵੀ ਸੁਣਿਆ ਅਤੇ ਆਪਣੇ ਵੀ ਚੈਨਲ 'ਤੇ ਜਿਹੜੀ ਉਹਨਾਂ ਦੀ ਇੰਟਰਵਿਊ ਜ਼ਰੂਰ ਚੱਲੇ, ਜਿਸ ਦੇ ਵਿੱਚ ਉਹਨਾਂ ਵੱਲੋਂ ਵੀ ਇਹ ਗੱਲ ਕਹੀ ਗਈ ਕਿ ਸਾਡੇ ਘਰ ਦੇ ਵਿੱਚ ਨਾਰਮਲ ਜਿਹੜੀ ਸੀਗੀ ਲੜਾਈ ਹੁੰਦੀ ਸੀ, ਪਰ ਉਸ ਤੋਂ ਬਾਅਦ ਲੜਾਈ ਇਸ ਹੱਦ ਤੱਕ ਵੱਧ ਜਾਂਦੀ ਸੀ ਕਿ ਅਸੀਂ ਦੋਨੋਂ ਹੀ ਹਾਈਪਰ ਹੋ ਜਾਂਦੇ ਸੀ। ਤਾਂ ਉਹਨਾਂ ਨੇ ਦੱਸਿਆ ਕਿ ਕਈ ਵਾਰ ਤਾਂ ਸਾਡੀ ਲੜਾਈ ਇਸ ਲਈ ਹੁੰਦੀ ਸੀ ਕਿ ਉਹ ਮੇਰੇ ਬੱਚਿਆਂ ਦੀ ਆਪਣੇ ਦਾਦਾ ਦਾਦੀ ਨਾਲ ਗੱਲ ਨਹੀਂ ਸੀ ਹੋਣ ਦਿੰਦੀ, ਤਾਂ ਮੈਨੂੰ ਵੀ ਇਹੀ ਕਹਿੰਦੀ ਸੀ ਵੀ ਤੂੰ ਘਰ ਦੇ ਵਿੱਚ ਰਹਿ ਕੇ ਆਪਣੇ ਮਾਂ-ਬਾਪ ਨਾਲ ਗੱਲ ਨਹੀਂ ਕਰੇਂਗਾ, ਜੇ ਤੂੰ ਕੰਮ ਤੇ ਹੋਏਗਾ ਤਾਂ ਆਪਣੇ ਮਾਂ-ਬਾਪ ਨਾਲ ਗੱਲ ਕਰ ਸਕਦਾ। ਤਾਂ ਬਹੁਤ ਸਾਰੀਆਂ ਗੱਲਾਂ ਐਸੀਆਂ ਹੁੰਦੀਆਂ ਨੇ ਕਿ ਛੋਟੀਆਂ-ਛੋਟੀਆਂ ਗੱਲਾਂ ਵੱਡੇ-ਵੱਡੇ ਕਾਰਨ ਬਣ ਜਾਂਦੀਆਂ ਨੇ। ਉਸਨੇ ਕਿਹਾ ਕਿ ਪਿਛਲੇ 1.5-2 ਸਾਲ ਤੋਂ ਮੇਰੇ ਪੇਰੈਂਟਸ ਦੀ ਬੱਚਿਆਂ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ, ਜਦਕਿ ਬੱਚੇ ਵੀ ਚਾਹੁੰਦੇ ਸੀ ਵੀ ਸਾਡੀ ਦਾਦੀ ਦਾਦੇ ਨਾਲ ਸਾਡੀ ਗੱਲਬਾਤ ਹੋਵੇ ਤੇ ਦਾਦੀ ਦਾਦਾ ਵੀ ਚਾਹੁੰਦੇ ਸੀ ਸਾਡੀ ਬੱਚਿਆਂ ਦੇ ਨਾਲ ਗੱਲਬਾਤ ਹੋਵੇ। ਤਾਂ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਪਰਿਵਾਰ ਐਸੇ ਹੈਗੇ ਨੇ, ਆਪਾਂ ਵੀ ਵੇਖਦੇ ਹਾਂ ਕਿ ਜਿੱਥੇ ਹਸਬੈਂਡ ਵਾਈਫ ਦੇ ਵਿੱਚ ਆਪਸੀ ਝਗੜੇ ਨੂੰ ਲੈ ਕੇ ਉਹਨਾਂ ਨੂੰ ਲੱਗਦਾ ਹੈ ਕਿ ਜੇ ਵਾਈਫ ਕੁਝ ਗਲਤ ਕਰ ਰਹੀ ਹੈ ਤਾਂ ਉਹਦੇ ਪੇਕਿਆਂ ਦਾ ਵਿੱਚ ਦੋਸ਼ ਹੈ, ਜੇ ਹਸਬੈਂਡ ਕੁਝ ਕਰ ਰਿਹਾ ਤਾਂ ਉਹਦੇ ਮਾਂ-ਬਾਪ ਦਾ ਜਾਂ ਉਹਦੇ ਭੈਣ ਭਰਾਵਾਂ ਦਾ ਦੋਸ਼ ਹੈ। ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਤਾਂ ਤੁਸੀਂ ਕਿਹਾ ਕਿ ਸੋਸ਼ਲ ਮੀਡੀਆ ਦੇ ਵੀ ਇਹਦੇ ਵਿੱਚ ਅਹਿਮ ਰੋਲ ਹੈ ਜਿਹੜਾ ਉਹ ਅਦਾ ਕਰਦਾ ਕਿ ਜਿਵੇਂ ਦਾ ਕੋਈ ਵੇਖਦਾ ਉਵੇਂ ਹੀ ਉਸ ਚੀਜ਼ ਦੀ ਪ੍ਰਸਥਿਤੀ ਦੇ ਅਨੁਕੂਲ ਬਣ ਜਾਂਦਾ, ਜਾਂ ਫਿਰ ਲੋਕ ਉਸ ਨੂੰ ਮੰਨ ਲੈਂਦੇ ਨੇ ਵੀ ਹਾਂ ਸਾਡੇ ਨਾਲ ਵੀ ਇਹ ਕੰਮ ਹੈ ਜਿਹੜਾ ਉਹ ਇੱਦਾਂ ਹੋ ਹੀ ਗਿਆ। ਸੋ ਕਈ ਚੀਜ਼ਾਂ ਨੇ ਜਿਹੜੀਆਂ ਘਰਾਂ ਦੇ ਵਿੱਚ ਇਹ ਕਲੇਸ਼ ਦਾ ਕਾਰਨ ਬਣਦੀਆਂ ਨੇ। ਤਾਂ ਜਿਵੇਂ ਤੁਸੀਂ ਸ਼ੁਰੂ 'ਚ ਵੀ ਇੱਕ ਗੱਲ ਕਹੀ ਸੀ ਕਿ ਜ਼ਿਆਦਾ ਕਾਰਨ ਉੱਥੇ ਬਣਦੇ ਆ ਜਿੱਥੇ ਵਿਹਲੜਪਣਾ ਹੈ, ਜਿੱਥੇ ਲੋਕ ਵਿਹਲੇ ਨੇ ਤੇ ਵਿਹਲਾ ਦਿਮਾਗ ਕਹਿੰਦੇ ਨੇ ਸ਼ੈਤਾਨ ਦਾ ਘਰ ਹੁੰਦਾ, ਤੇ ਉਸ ਦਿਮਾਗ ਦੇ ਵਿੱਚ ਕੀ ਕੁਝ ਆ ਜਾਂਦਾ ਤਾਂ ਉਹ ਓਬਵੀਅਸਲੀ ਹੈ ਜਿਹੜਾ ਉਹ ਝਗੜੇ ਦਾ ਕਾਰਨ ਬਣਦਾ ਹੀ ਬਣਦਾ। ਸੋ
ਉਹਨਾਂ ਜੋੜਿਆਂ ਦੇ ਲਈ ਤੁਸੀਂ ਜ਼ਰੂਰ ਕਹੋ ਜਿਹੜੇ ਇੱਕ ਦੂਜੇ ਤੇ ਸ਼ੱਕ ਕਰਦੇ ਨੇ, ਜਿਹੜੇ ਇੱਕ ਦੂਜੇ ਦੇ ਪੇਰੈਂਟਸ ਤੇ ਇਲਜ਼ਾਮ ਲਾ ਕੇ ਉਹਨਾਂ ਦੀ ਗੱਲ ਹੈ ਜਿਹੜੀ ਉਹ ਤਲਾਕ ਤੱਕ ਪਹੁੰਚ ਜਾਂਦੀ ਹੈ, ਇੱਕ ਦੂਜੇ ਤੋਂ ਅੱਡ ਹੋ ਜਾਂਦੇ ਨੇ, ਉਹਨਾਂ ਦੇ ਲਈ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਦੇਖੋ, ਉਹਨਾਂ ਦੇ ਵਿੱਚ ਇੱਕ ਤਾਂ ਆਪਾਂ ਇੱਕ ਅਹਿਮ ਨੁਕਤਾ ਇਹ ਵੀ ਭੁੱਲ ਗਏ ਆ ਕਿ ਲਗਭਗ 45 ਮਿਲੀਅਨ ਬੱਚੇ ਨੇ ਜਿਹੜੇ ਇਹੋ ਜਿਹੀ ਘਰੇਲੂ ਹਿੰਸਾ ਦੇ ਵਿੱਚ ਅੱਖੀਂ ਵੇਖੇ ਗਵਾਹ ਹੁੰਦੇ ਨੇ, ਇਹਨਾਂ ਵਿੱਚ 11% ਹਰ ਸਾਲ ਇਹਦੇ 'ਚ ਵਾਧਾ ਹੁੰਦਾ ਜਾ ਰਿਹਾ। ਇਹ ਅੰਤਰਰਾਸ਼ਟਰੀ ਅੰਕੜੇ ਨੇ। ਹੂੰ। ਸੋ ਤੁਸੀਂ ਸਮਝੋ ਕਿ ਉਹਨਾਂ ਦਾ ਬਣਦਾ ਦਿਮਾਗ ਪਰਮਾਨੈਂਟਲੀ ਡੈਮੇਜਡ ਜੇ। ਸੋ ਸਿਰਫ ਆਪਸੀ ਝਗੜਿਆਂ ਤੱਕ ਸੀਮਤ ਜਦੋਂ ਇਹ ਟੱਬਰਾਂ ਦੇ ਵਿੱਚ ਅਸੀਂ ਇਹ ਅਣਗੌਲਾ ਕਰ ਜਾਂਦੇ ਹਾਂ ਪੱਖ ਕਿ ਜਿਹੜੇ ਅਸੀਂ ਬੱਚਿਆਂ ਨੂੰ ਘਰਾਂ ਦੇ ਵਿੱਚ ਰੱਖਿਆ ਜੇ ਉਹ ਮਾਨਸਿਕ ਰੋਗੀ ਹੋ ਕੇ ਅੱਗੋਂ ਵੱਡੇ ਹੋਣਗੇ, ਜਿਹੜੇ ਬਦਲਾ ਲਊ ਨੀਤੀ ਨਾਲ ਇਸ ਸਮਾਜ ਦੇ ਵਿੱਚ ਵਿਚਰਨਗੇ, ਆਪਣੇ ਮਾਪਿਆਂ ਨੂੰ ਵੀ ਬਾਹਰ ਧੱਕਣਗੇ ਵਡੇਪਾ ਘਰਾਂ ਦੇ ਵਿੱਚ, ਜਾਂ ਉਹਨਾਂ ਨਾਲ ਬਦਸਲੂਕੀ ਕਰਨਗੇ, ਤੇ ਫਿਰ ਅੱਗੋਂ ਵੀ ਇਹ ਵਿਆਹੁਤਾ ਜ਼ਿੰਦਗੀ ਵਧੀਆ ਨਹੀਂ ਨਿਭਾ ਸਕਣ ਲੱਗੇ ਕਿਉਂਕਿ ਉਹ ਮਾਨਸਿਕ ਰੋਗੀ ਨੇ, ਮਜਬੂਰ ਨੇ। ਹੂੰ। ਇਹ ਉਹਨਾਂ ਵਿੱਚੋਂ ਬਹੁਤ ਸਾਰੇ ਨੇ ਜਿਹੜੇ ਸੀਰੀਅਲ ਕਿਲਰਸ ਬਣਦੇ ਨੇ, ਸੀਰੀਅਲ ਰੇਪਿਸਟਸ ਵੀ ਬਣਦੇ ਨੇ। ਇਹ ਨੇ ਜਿਹੜੇ ਬਹੁਤ ਸਾਰੇ ਤੁਸੀਂ ਵੇਖੇ ਹੋਣਗੇ, ਹੁਣ ਤਾਂ ਤੁਹਾਡੇ ਸਾਹਮਣੇ ਦਿਨ ਰੋਜ਼ ਹੀ ਇਹ ਖਬਰਾਂ ਆਉਂਦੀਆਂ ਨੇ ਕਿ ਜਿਹੜੇ ਗੈਂਗਸਟਰ ਵੀ ਬਣਦੇ ਨੇ। ਉਹਨਾਂ ਵਿੱਚੋਂ ਜਦੋਂ ਇਹਨਾਂ ਦੀਆਂ ਇੰਟਰਵਿਊਜ਼ ਲਈਆਂ ਜਾਂਦੀਆਂ ਦੱਸਦੇ ਨੇ ਸਾਡਾ ਪਿਓ ਸ਼ਰਾਬੀ ਸੀ, ਮਾਰਦਾ ਕੁੱਟਦਾ ਸੀ ਮਾਂ ਨੂੰ, ਮੈਨੂੰ ਵੀ ਮਾਰਦਾ ਕੁੱਟਦਾ ਸੀ ਜੀ, ਇਸ ਕਰਕੇ ਮੈਂ ਘਰੋਂ ਭੱਜ ਗਿਆ ਤੇ ਮੈਂ ਫਿਰ ਇਸ ਪਾਸੇ ਪਿਆ। ਉਹ ਡਰੱਗਸ ਵੱਲ ਵੀ ਜਾਂਦੇ ਨੇ। ਇਸ ਤਰੀਕੇ ਦੀ ਗੈਂਗਸਟਰ ਵਾਇਲੈਂਸ ਜਿਸ ਤਰੀਕੇ ਵਧੀ ਜਾਂਦੀ ਹੈ, ਸਾਰਾ ਕੁਝ ਦਾ ਨਤੀਜਾ ਇਹਨਾਂ ਜੋ ਫਿਗਰਸ ਅੰਤਰਰਾਸ਼ਟਰੀ ਨੇ 93%, ਧਿਆਨ ਕਰੋ 93% ਜਿਹੜੇ ਇਹ ਵਿਗੜੇ ਬੱਚੇ ਨੇ ਇਹ ਘਰਾਂ ਦੇ ਵਿੱਚ ਜਾਂ ਆਪ ਘਰੇਲੂ ਹਿੰਸਾ ਦਾ ਸ਼ਿਕਾਰ ਹੋਏ ਜਾਂ ਉਹਨਾਂ ਨੇ ਸ਼ਿਕਾਰ ਹੁੰਦੇ ਵੇਖਿਆ। ਤੇ ਜੀ। ਇਸ ਤਰੀਕੇ ਦੀ ਮਾਰ ਕੁਟਾਈ ਚੋਂ ਆਹ ਚੀਜ਼ਾਂ ਅਸੀਂ ਕੱਢ ਰਹੇ ਹਾਂ। ਸੋ ਸਮਝਣ ਦੀ ਲੋੜ ਹੈ ਕਿ ਡੋਮੈਸਟਿਕ ਵਾਇਲੈਂਸ ਸਿਰਫ ਇੱਕ ਘਰ ਤੱਕ ਅਸਰ ਨਹੀਂ ਛੱਡਦੀ। ਇਹ ਨਿੱਕੀਆਂ ਨਿੱਕੀਆਂ ਜਿਹੜੀਆਂ ਮਨਮੁਟਾਵ ਦੀਆਂ ਗੱਲਾਂ ਇਹ ਬੱਚਿਆਂ ਰਾਹੀਂ ਪੂਰਾ ਸਮਾਜ ਗੰਦਾ ਕਰਦੀਆਂ। ਸੋ ਗੱਲ ਤਾਂ ਫਿਰ ਉਹੀ ਹੈ ਕਿ ਅਸੀਂ ਆਖਰ ਵਿਆਹ ਕਿਉਂ ਕਰ ਰਹੇ ਹਾਂ? ਕਿ ਅਸੀਂ ਸਿਰਫ ਲੋਕਾਂ ਦੇ ਕਹਿਣ ਤੇ, ਯਾਨੀ ਕਿ ਲੋਕ ਸਿਰਫ ਕੀ ਕਹਿਣਗੇ ਉਸ ਸਦਕਾ ਅਸੀਂ ਵੀ ਕੁੜੀ ਜ਼ਰੂਰ ਵਿਆਹਣੀ ਹੈ ਜਾਂ ਮੁੰਡਾ ਜ਼ਰੂਰ ਵਿਆਹਣਾ ਹੈ, ਤੇ ਕੀ ਅਸੀਂ ਸਿਰਫ ਇਸ ਥਾਂ ਤੱਕ ਸੋਚ ਸੀਮਤ ਕਰ ਲਈਏ ਕਿ ਸਾਨੂੰ ਨਾਮ ਲੈਵਾ ਚਾਹੀਦਾ, ਟੱਬਰ ਤੋਰਨਾ ਹੈ, ਕਿ ਸਾਡਾ ਤਾਂ ਖੌਰੇ ਟੱਬਰ ਅਜੇ ਹੈ ਕਿ ਜੇ ਨਾ ਅੱਗੇ ਤੁਰਿਆ ਤਾਂ ਸ਼ਾਇਦ ਪੂਰੀ ਦੁਨੀਆ ਖੜੀ ਹੋ ਜਾਏਗੀ। ਸੋ ਇਹ ਦੋ ਬੰਦਸ਼ਾਂ ਕਾਰਨ ਅਸੀਂ ਦੁਨੀਆ ਭਰ ਵਿੱਚ ਜੋ ਇਹ ਵੀ ਵਿਆਹ ਜ਼ਰੂਰ ਕਰਨਾ ਹੈ, ਬੱਚੇ ਜ਼ਰੂਰ ਕਰਨੇ ਨੇ, ਟੱਬਰ ਦਾ ਨਾਂ ਤੋਰਨਾ, ਤੇ ਪਤਾ ਜੇ ਬਗਾਵਤ ਕੀ ਸ਼ੁਰੂ ਹੋਈ। ਵੱਡੀ ਗਿਣਤੀ ਇਸ ਵੇਲੇ ਲਿਵ ਇਨ ਰਿਲੇਸ਼ਨਸ਼ਿਪ 'ਚ ਵੀ ਤੁਰ ਗਏ ਨੇ ਕਿ ਪਹਿਲਾਂ ਦੇਖੀਏ ਨਿਭਾ ਵੀ ਸਕਦੇ ਆ ਜਾਂ ਨਹੀਂ। ਤੇ ਬਿਲਕੁਲ। ਬਹੁਤ ਵੱਡੀ ਗਿਣਤੀ ਹੁਣ ਜੋ ਬਦਲਾਅ ਆ ਰਿਹਾ ਹੈ ਕਿ ਬੇਟੀਆਂ ਸਾਡੀਆਂ ਅਨਮੈਰਿਡ ਰਹਿ ਕੇ ਬਹੁਤ ਖੁਸ਼ ਨੇ ਕਿ ਅਸੀਂ ਸਭ ਕੁਝ ਅਚੀਵ ਕਰ ਰਹੇ ਹਾਂ, ਲਾਈਫ 'ਚ ਬੇਰੋਕ ਟੋਕ ਅਗਾਂਹ ਵਧ ਰਹੇ ਹਾਂ। ਇਸੇ ਤਰ੍ਹਾਂ ਸਾਡੇ ਬਹੁਤ ਸਾਰੇ ਬੇਟੇ ਵੀ ਨੇ ਜਿਹੜੇ ਖੁਸ਼ ਨੇ ਕਿ ਅਸੀਂ ਅਨਮੈਰਿਡ ਹੀ ਰਹਿਣਾ ਚਾਹੁੰਦੇ ਹਾਂ। ਅਸੀਂ ਤਾਂ ਸ਼ਾਇਦ ਕੁਝ ਕੁ ਫੋਲੋ ਕਰਦੇ ਹੋਣ ਕਿ ਸ਼ਾਇਦ ਕਿਸੇ ਮੁਲਕ ਦੇ ਪ੍ਰਧਾਨ ਮੰਤਰੀ ਹੀ ਨਾ ਬਣ ਜਾਈਏ ਅਸੀਂ ਜੇ ਅਣਵਿਆਹੇ ਰਹਿ ਕੇ, ਸ਼ਾਇਦ ਉਹ ਹੀ ਅਚੀਵ ਕਰ ਸਕਦੇ ਹਾਂ ਥਾਂ। ਸੋ ਸ਼ਾਇਦ ਉਹ ਵੀ ਤੱਕਦੇ ਹੋਣਗੇ। ਕਾਫੀ ਨੇ ਜਿਹੜੇ ਇਸ ਤਰੀਕੇ ਦੀ ਸੋਚ ਨਾਲ ਹੁਣ ਵਿਆਹ ਕਰਵਾਉਣਾ ਛੱਡ ਗਏ। ਹੂੰ। ਪਰ ਜਿਹੜੇ ਅਸੀਂ ਸਫਲ ਵਿਆਹ ਜਿਨ੍ਹਾਂ ਨੂੰ ਕਹਿੰਦੇ ਹਾਂ ਉਹਨਾਂ ਵਿੱਚ ਸੱਚ ਜਾਣਿਓ ਕੁਝ ਤਾਂ ਚੀਜ਼ਾਂ ਛੱਡਣੀਆਂ ਹੀ ਪੈਂਦੀਆਂ ਨੇ, ਕਿਉਂਕਿ ਤੁਸੀਂ ਇੱਕ ਵੱਖਰੀ ਥਾਂ ਤੋਂ ਜੇ 20-25 ਸਾਲ ਰਹਿ ਕੇ ਵੱਖਰੇ ਮਾਹੌਲ ਚੋਂ ਤੇ ਦੂਜਾ ਇੱਕ ਵੱਖ ਮਾਹੌਲ ਚੋਂ ਹੈ ਤਾਂ ਦੋ ਤਾਂ ਭਾਂਡੇ ਵੀ ਇਕੱਠੇ ਰੱਖੋ, ਕਦੇ ਨਾ ਕਦੇ ਖੜਕ ਜਾਂਦੇ ਨੇ। ਉਹ ਨਾਰਮਲ ਜਿਹਾ ਵਿਹਾਰ ਹੈ। ਸਕੀਆਂ ਭੈਣਾਂ ਸਕੇ ਭਰਾ ਵੀ ਲੜ ਜਾਂਦੇ ਨੇ। ਤਾਂ ਨਿੱਕੀ ਮੋਟੀ ਗੱਲ ਨਜ਼ਰ ਅੰਦਾਜ਼ ਕਰਨੀ ਸਿੱਖੀਏ। ਮੈਨੂੰ ਸਮੇਂ ਦਾ ਬਹੁਤਾ ਪਤਾ ਨਹੀਂ, ਜੇ 2 ਮਿੰਟ ਵੀ ਹੁਣ ਮੈਂ ਇੱਕ ਆਪਣੀ ਲਾਈਫ 'ਚ ਐਗਜ਼ਾਮਪਲ ਦੇਣਾ ਚਾਹੁੰਦੀ ਹਾਂ, ਸ਼ਾਇਦ ਕਿਸੇ ਦੀ ਜ਼ਿੰਦਗੀ ਤਬਦੀਲ ਹੋ ਜਾਏ। ਮੈਮ ਸਮਾਂ ਤਕਰੀਬਨ ਆਪਣਾ ਪੂਰਾ ਹੋ ਚੱਲਿਆ, ਪਰ ਜੇਕਰ ਤੁਸੀਂ ਐਗਜ਼ਾਮਪਲ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਦੇ ਸਕਦੇ ਹੋ। ਬਸ ਮੈਂ ਕੁਝ ਸ਼ਬਦਾਂ 'ਚ ਹੀ ਦੱਸਾਂਗੀ ਕਿ ਮੇਰੇ ਆਪਣੇ ਵਿਆਹ ਤੋਂ ਪਹਿਲਾਂ ਮੇਰੇ ਪਾਪਾ ਜੀ ਨੇ ਇੱਕ ਬੜੀ ਕਮਾਲ ਦੀ ਗੱਲ ਸੁਣਾਈ ਸੀ ਕਿ ਵਿਆਹ ਤੋਂ ਇੱਕ ਦਿਨ ਪਹਿਲਾਂ ਮੈਂ ਉਹ ਜ਼ਿੰਦਗੀ ਭਰ ਅਜ਼ਮਾਈ ਤੇ ਮੈਨੂੰ ਬੜਾ ਉਸ ਤੋਂ ਫਾਇਦਾ ਮਿਲਿਆ। ਸੋ ਸ਼ਾਇਦ ਕਿਸੇ ਇੱਕ ਦੀ ਜ਼ਿੰਦਗੀ ਜੇ ਤਬਦੀਲ ਹੋ ਸਕੇ। ਸੋ ਕੱਪ ਮੇਰੇ ਤੋਂ ਉਹਨਾਂ ਨੇ ਰਸੋਈ 'ਚੋਂ ਮੰਗਵਾਏ ਤੇ ਮੈਂ ਜਦੋਂ ਲੈ ਕੇ ਆਈ ਕਹਿਣ ਲੱਗੇ ਇਹਨਾਂ ਦੋਨਾਂ 'ਚ ਫਰਕ ਕੀ ਹੈ। ਮੈਂ ਧਿਆਨ ਨਾਲ ਦੇਖਿਆ, ਮੈਂ ਕਿਹਾ ਜੀ ਦੋਨਾਂ ਦੇ ਕੱਪਾਂ ਦੇ ਹੈਂਡਲ ਟੁੱਟੇ ਹੋਏ ਜੋੜੇ ਨੇ। ਇੱਕ ਤਾਂ ਇੰਨਾ ਕਮਾਲ ਦਾ ਜੁੜਿਆ ਵੀ ਬੜੀ ਮੁਸ਼ਕਲ ਦੇਖ ਕੇ ਹੀ ਪਤਾ ਲੱਗਦਾ, ਪਰ ਦੂਜੇ 'ਚ ਸਾਫ਼ ਤਰੇੜ ਦਿਸਦੀ ਪਈ ਹੈ।
ਕਹਿਣ ਲੱਗੇ ਬਸ ਇੰਨਾ ਹੀ ਫਰਕ ਹੈ ਬੀਬਾ, ਕਿ ਉਹ ਮੈਨੂੰ ਬੱਲਿਆ ਕਹਿ ਕੇ ਸੱਦਦੇ ਸਨ, ਬੱਲਿਆ ਇੰਨਾ ਹੀ ਫਰਕ ਹੈ ਕਿ ਇਹ ਜਿਹੜਾ ਪਹਿਲਾ ਸੀ ਨਾ, ਇਹ ਮੈਂ ਉਸੇ ਸਮੇਂ ਜੋੜਤਾ ਸੀ ਜਦੋਂ ਹੀ ਟੁੱਟਿਆ ਸੀ, ਸੋ ਐਲਪੀ ਲਾਈ ਜੁੜ ਗਿਆ। ਦੂਜਾ ਇੱਕ ਦਿਨ ਪਿਆ ਰਿਹਾ ਤੇ ਫਿਰ ਉਹ ਥੋੜੀ ਬਹੁਤ ਮਿੱਟੀ ਜਿਹੀ ਜਿਹੜੀ ਜੰਮੀ ਉਹਦੇ ਨਾਲ ਮੈਂ ਜੋੜਿਆ ਤੇ ਉਹ ਦਿਖਦਾ ਰਹਿ ਗਿਆ ਜੋੜ। ਸੋ ਮੈਨੂੰ ਕਹਿਣ ਲੱਗੇ ਬੱਚੇ ਤੂੰ ਕੱਲ ਵਿਆਹ ਕੇ ਤੁਰ ਜਾਣਾ। ਮੈਂ ਸਿਰਫ ਇਨਸਾਨੀ ਰਿਸ਼ਤਿਆਂ ਦੀ ਤੈਨੂੰ ਇਹ ਗੱਲ ਸਮਝਾਉਣੀ ਚਾਹਨਾ ਕਿ ਜੇ ਦੇਖੋ ਝਗੜੇ ਹਰ ਘਰ ਵਿੱਚ ਹੁੰਦੇ ਹੀ ਨੇ, ਜ਼ਰੂਰ ਹੁੰਦੇ ਨੇ, ਉਹ ਤਾਂ ਫਿਰ ਇਨਸਾਨ ਹੀ ਨਹੀਂ ਜੇ ਮਨ ਵਿੱਚ ਹਰ ਗੱਲ ਲੁਕਾ ਕੇ ਜਿਉਂਦਾ ਹੋ। ਪਰ ਉਹਨਾਂ ਝਗੜਿਆਂ ਦੀ ਇੱਕ ਜੇ ਉਸੇ ਰਾਤ ਸੌਣ ਤੋਂ ਪਹਿਲਾਂ ਖਤਮ ਕਰਕੇ ਨਵਾਂ ਦਿਨ ਸ਼ੁਰੂ ਕੀਤਾ ਜਾਏ, ਇਹ ਤਰੇੜਾਂ ਦਿਸਦੀਆਂ ਨਹੀਂ, ਇਹ ਰਿਸ਼ਤੇ ਨਿੱਘੇ ਹੁੰਦੇ ਜਾਂਦੇ। ਜੇ ਉਹ ਰਾਤ ਭਰ ਲੜਾਈ ਅਗਲੇ ਦਿਨ ਤੱਕ ਤੁਰ ਗਈ ਨਾ, ਫਿਰ ਇਹ ਤਰੇੜ ਮਨਾਂ ਦੀ ਜ਼ਿੰਦਗੀ ਭਰ ਰਹਿ ਜਾਂਦੀ, ਕਿਸੇ ਹੋਰ ਲੜਾਈ ਵੇਲੇ ਇਹੀ ਫਿਰ ਦੁਬਾਰਾ ਉਗਾੜੀ ਜਾਏਗੀ। ਤਾਂ ਕੋਸ਼ਿਸ਼ ਕਰਿਓ ਕਿ ਜੇ ਕੁਝ ਵੀ ਉਤਾਰ ਚੜਾਅ ਜ਼ਿੰਦਗੀ ਦਾ ਕੁਛ ਗੋਲ ਹੋਇਆ ਹੋਵੇ, ਰਾਤ ਨੂੰ ਜ਼ਰੂਰ ਖਤਮ ਕਰ ਲਿਆ ਕਰੋ। ਸੋ ਮੇਰੇ ਹੁਣ ਲਗਭਗ ਹੁਣ ਹੋ ਜਾਣੇ ਨੇ ਛੇਤੀ ਹੋਈ 30 ਸਾਲ ਪੂਰੇ। ਸੋ ਅਸੀਂ ਤੇ ਅਜੇ ਤੱਕ ਇਹੋ ਅਜ਼ਮਾਇਆ ਕਿ ਹੋ ਜਾਂਦਾ ਜੇ ਕੁਝ ਨਾ ਕੁਝ ਉੱਚਾ ਨੀਵਾਂ ਗੱਲ ਕਦੇ ਨਾ ਕਦੇ ਬੱਚਿਆਂ ਖਾਤਰ ਹੋਏ, ਆਪਣੀ ਕੋਈ ਹੋ ਜਾਏ, ਫਿਰ ਰਾਤ ਨੂੰ ਕਹਿ ਦਈਦਾ ਸੌਰੀ। ਤੇ ਫਿਰ ਮੈਨੂੰ ਪਤਾ ਹੈ ਕਿ ਅਗਲੇ ਦਿਨ ਜਿਸਨੇ ਸਾਡੇ ਦੋਨਾਂ ਚੋਂ ਇੱਕ ਨੇ ਸੌਰੀ ਕੀਤੀ ਹੋਈ, ਦੂਜਾ ਆਪਣੇ ਆਪ ਹੀ ਇੱਕ ਪਿਆਰਾ ਜਿਹਾ ਮੈਸੇਜ ਭੇਜ ਦਿੰਦਾ ਹੈ, ਭਾਈ ਅੱਜ ਕਾਫੀ ਦੀ ਡੇਟ ਇਸ ਥਾਂ ਤੇ ਮੈਂ ਵੇਟ ਕਰਾਂਗਾ। ਸੋ ਬੜਾ ਖੂਬਸੂਰਤ ਇਸ ਤਰ੍ਹਾਂ ਇਹ ਰਿਸ਼ਤਾ ਨਿਭਦਾ ਜੇ, ਜ਼ਰੂਰ ਨਿਭਾਇਓ। ਮੈਂ ਚਾਹੁੰਦੀ ਹਾਂ ਹਰ ਘਰ ਵਿੱਚ ਖੁਸ਼ੀ ਹੋਵੇ ਤੇ ਮੈਨੂੰ ਲੱਗਦਾ ਹੈ ਕਿ ਗਲੋਬਲ ਪੰਜਾਬ ਟੀਵੀ ਦਾ ਹਰ ਬਸ਼ਿੰਦਾ, ਹਰ ਨੁਮਾਇੰਦਾ ਸਮੇਤ ਪਿਆਰੀ ਜੀ ਨਵਦੀਪ ਦੇ ਅਸੀਂ ਸਭ ਇਹੋ ਚਾਹੁੰਦੇ ਹਾਂ ਕਿ ਹਰ ਘਰ ਵਿੱਚ ਖੁਸ਼ੀ ਹੋਵੇ, ਹਰ ਘਰ ਵਿੱਚ ਖੇੜਾ ਹੋਏ ਇਸੇ ਤਰ੍ਹਾਂ ਦਾ। ਤੇ ਅਸੀਂ ਨਹੀਂ ਚਾਹੁੰਦੇ ਕੋਈ ਇੱਕ ਵੀ ਮਨਦੀਪ ਇਸ ਤਰੀਕੇ ਆਪਣੀ ਜਾਨ ਵਾਰ ਕੇ ਜਾਵੇ। ਅਸੀਂ ਉਹਨਾਂ ਲਈ ਵੀ ਇੱਕ ਵਾਰ ਸ਼ੋਕ ਪ੍ਰਗਟ ਕਰਦੇ ਹਾਂ, ਉੱਥੇ ਬਾਕੀਆਂ ਲਈ ਰਾਹ ਬਸੇਰਾ ਬਣਨਾ ਚਾਹੁੰਦੇ ਹਾਂ। ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਮੈਮ, ਤੁਸੀਂ ਸਾਡੇ ਨਾਲ ਜੁੜੇ। ਦਰਸ਼ਕਾਂ ਨੂੰ ਇਸ ਪ੍ਰੋਗਰਾਮ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਏਗਾ, ਕਿਉਂਕਿ ਖਾਸ ਕਰਕੇ ਜਦੋਂ ਅਖੀਰ ਦੇ ਵਿੱਚ ਮੈਮ ਜਾਂਦੇ ਜਾਂਦੇ ਉਹਨਾਂ ਨੇ ਆਪਣੀ ਕਹਾਣੀ ਦੱਸੀ, ਕਿਸ ਤਰੀਕੇ ਦੇ ਨਾਲ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਕੱਪ ਦੇ ਜ਼ਰੀਏ ਸਮਝਾਇਆ ਸੀਗਾ ਕਿ ਜਿਹੜੇ ਰਿਸ਼ਤੇ ਨੇ ਉਹ ਅਜਿਹੇ ਹੁੰਦੇ ਨੇ ਕਿ ਉਂਝ ਵੀ ਆਪਾਂ ਨੂੰ ਸਮਝਾਇਆ ਜਾਂਦਾ ਕਿ ਕੱਚੇ ਤੰਦਾਂ ਦੀ ਤਰ੍ਹਾਂ ਹੁੰਦੇ ਨੇ, ਵੀ ਜੇ ਤੰਦ ਟੁੱਟ ਜਾਵੇ ਤਾਂ ਉਸ ਦੇ ਵਿੱਚ ਜਿਹੜੀ ਹੈ ਦਰਾਰ, ਜਿਹੜੀ ਗੱਠ ਹੈ ਜਿਹੜੀ ਉਹ ਪੈ ਜਾਂਦੀ ਆ। ਤੀ ਜੁੜੀਆਂ ਜ਼ਰੂਰ ਰਹਿੰਦੀਆਂ ਨੇ ਪਰ ਗੱਠਾਂ ਪੈ ਜਾਂਦੀਆਂ ਨੇ, ਤਾਂ ਅਸੀਂ ਗੱਠਾਂ ਵੀ ਪੈਣ ਨਹੀਂ ਦੇਣੀਆਂ। ਅਸੀਂ ਉਸ ਧਾਗੇ ਨੂੰ ਇੰਨਾ ਕੁ ਸੰਜੋ ਕੇ ਰੱਖਣਾ, ਇੰਨੇ ਕੁ ਮੋਹ ਪਿਆਰ ਦੇ ਨਾਲ ਰੱਖਣਾ। ਤਾਂ ਸੌਰੀ ਕਹਿਣ ਦੇ ਨਾਲ ਕੁਝ ਘਟਦਾ ਨਹੀਂ ਹੁੰਦਾ। ਇੱਕ ਅੰਗਰੇਜ਼ ਚਲੇ ਗਏ ਪਰ ਜਾਂਦੇ ਜਾਂਦੇ ਸਾਨੂੰ ਸੌਰੀ ਵਰਡ ਹੈ ਜਿਹੜਾ ਉਹ ਜ਼ਰੂਰ ਦੇ ਗਏ, ਜਿਸ ਦੇ ਨਾਲ ਅਸੀਂ ਰਿਸ਼ਤਿਆਂ ਦਾ ਨਿੱਘ ਹੈ ਉਹ ਮਾਣ ਸਕਦੇ ਹਾਂ। ਥੋੜ੍ਹੀਆਂ ਬਹੁਤੀਆਂ ਲੜਾਈਆਂ ਹਰ ਘਰਾਂ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ, ਪਰ ਜਦੋਂ ਲੜਾਈਆਂ ਜ਼ਿਆਦਾ ਵੱਧ ਜਾਂਦੀਆਂ ਨੇ, ਵੈਸੇ ਤਾਂ ਵਧਣ ਦਾ ਮੌਕਾ ਹੀ ਨਾ ਦਿਓ, ਪਰ ਜੇ ਵੱਧ ਵੀ ਜਾਂਦੀਆਂ ਨੇ ਤਾਂ ਆਪਣੇ ਕਰੀਬੀਆਂ ਦੇ ਨਾਲ ਗੱਲਬਾਤ ਕਰ ਲਈਦੀ ਹੁੰਦੀ ਆ। ਉਸ ਹੱਦ ਤੱਕ ਨਹੀਂ ਜਾਣਾ ਚਾਹੀਦਾ ਕਿ ਜਿਸ ਹੱਦ ਤੱਕ ਸਾਨੂੰ ਆਪਣੀ ਜ਼ਿੰਦਗੀ ਹੀ ਖਤਮ ਕਰਨੀ ਪੈ ਜਾਵੇ, ਕਿਉਂਕਿ ਉਹ ਮਾਸੂਮ ਧੀਆਂ ਦਾ ਕਿੱਥੇ ਕਸੂਰ ਰਹਿ ਗਿਆ ਕਿ ਉਹ ਹੁਣ ਇਸ ਜਹਾਨ ਦੇ ਵਿੱਚ ਕੱਲੀਆਂ ਰਹਿ ਗਈਆਂ। ਜੇਕਰ ਉਹਨਾਂ ਦੇ ਬਾਪ ਨੂੰ ਸਜ਼ਾ ਹੋ ਵੀ ਜਾਂਦੀ ਆ ਤਾਂ ਉੱਥੇ ਬੱਚੀਆਂ ਕੀ ਕਰਨਗੀਆਂ, ਬੱਚੀਆਂ ਕਿਸ ਕੋਲ ਰਹਿਣਗੀਆਂ ਬਗਾਨੇ ਮੁਲਕ ਦੇ ਵਿੱਚ, ਜਿੱਥੇ ਉਹਨਾਂ ਦੇ ਨਾ ਦਾਦਾ ਦਾਦੀ ਰਹਿੰਦੇ ਨੇ, ਨਾ ਨਾਨੀ ਨਾਨੀ ਰਹਿੰਦੇ ਨੇ, ਕੋਈ ਵੀ ਰਿਸ਼ਤੇਦਾਰ ਆ ਜਿਹੜਾ ਨੇੜਲਾ ਨਹੀਂ ਰਹਿੰਦਾ। ਆਖਿਰਕਾਰ ਉਹਨਾਂ ਬੱਚਿਆਂ ਦਾ ਕੀ ਹੋਏਗਾ। ਤਾਂ ਐਵੇਂ ਹੀ ਜਿਵੇਂ ਮੈਮ ਨੇ ਕਿਹਾ ਕਿ ਬਹੁਤ ਸਾਰੇ ਬੱਚੇ ਇਹਨਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਪੇਰੈਂਟਸ ਦੇ ਡਾਈਵੋਰਸ ਤੱਕ ਹੋ ਜਾਂਦੇ ਨੇ, ਉਹ ਕਈ ਮਾਂ ਦੇ ਨਾਲ ਰਹਿ ਜਾਂਦੇ ਨੇ, ਕਈ ਬਾਪ ਦੇ ਨਾਲ ਰਹਿ ਜਾਂਦੇ ਨੇ, ਉੱਥੇ ਹੀ ਵੀ ਬੱਚੇ ਮਾਂ ਜਾਂ ਬਾਪ ਦੇ ਪਿਆਰ ਤੋਂ ਵਾਂਝੇ ਰਹਿ ਜਾਂਦੇ ਨੇ। ਸੋ ਕੋਸ਼ਿਸ਼ ਕਰੀਏ ਕਿ ਇਹਨਾਂ ਰਿਸ਼ਤਿਆਂ ਦੇ ਵਿੱਚ ਮਜ਼ਬੂਤੀ ਹੋਵੇ। ਗਲਤੀਆਂ ਹਰ ਇਨਸਾਨ ਤੋਂ ਹੁੰਦੀਆਂ ਨੇ, ਪਰ ਸਮੇਂ ਦੇ ਨਾਲ ਰਿਸ਼ਤਿਆਂ ਨੂੰ ਸੰਜੋ ਕੇ ਰੱਖ ਲੈਣਾ, ਸਮੇਂ ਦੇ ਨਾਲ ਮੁਆਫੀ ਮੰਗ ਲੈਣਾ, ਤਾਂ ਇਸ ਦੇ ਨਾਲ ਕੋਈ ਵੀ ਇਨਸਾਨ ਵੱਡਾ ਜਾਂ ਛੋਟਾ ਨਹੀਂ ਹੋ ਜਾਂਦਾ। ਸੋ ਅੱਜ ਦਾ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਜੀ। ਤੁਹਾਨੂੰ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਤੁਸੀਂ ਇਸ ਬਾਰੇ ਜ਼ਰੂਰ ਦੱਸਣਾ। ਸੋ ਮਿਲਾਂਗੇ ਅਗਲੇ ਹਫ਼ਤੇ ਕੁਝ ਹੋਰ ਨਵੇਂ ਟੌਪਿਕਸ ਦੇ ਨਾਲ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।